ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਵੈਲਕਮ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਕੁਦਰਤ ਦਾ ਕਾਲ ਚੱਕਰ ਤਾਂ ਇਕਸਾਰ ਹੀ ਰਹਿੰਦਾ, ਲੇਕਿਨ ਸਾਨੂੰ ਕਈ ਵਾਰੀ ਇੰਝ ਲੱਗਦਾ ਕਿ ਸਮਾਂ ਤੇਜ਼ੀ ਨਾਲ ਗਿੜਨ ਲੱਗ ਪਿਆ। ਜਦੋਂ ਦਾ ਬੀਜੇਪੀ ਨੇ ਪੈਂਤੜਾ ਮੱਲਿਆ, ਉਦੋਂ ਦਾ ਅਕਾਲੀ ਦਲ ਆਪਣੇ ਪੁਰਾਣੇ ਪੈਂਤੜੇ ਤੇ ਆ ਗਿਆ। ਸੁਖਬੀਰ ਸਿੰਘ ਬਾਦਲ ਨੇ ਆਪਣੇ ਭਰੋਸੇਮੰਦਾਂ ਨਾਲ ਇੱਕ ਵੱਡੀ ਸਲਾਹ ਕੀਤੀ ਔਰ ਪੁਰਾਣੇ ਟਕਸਾਲੀਆਂ ਨੂੰ ਅੱਗੇ ਲਿਆਉਣ ਦਾ ਇੱਕ ਨਵਾਂ ਤਰੀਕਾ ਕੱਢਿਆ ਤੇ ਪੁਰਾਣੇ ਮੁੱਦੇ ਕੱਢ ਕੇ ਬਾਹਰ ਰੱਖਿਆ। ਕੱਲ ਕੁਝ ਘਟਨਾਵਾਂ ਉਹਨਾਂ ਦੇ ਉੱਤੇ ਅੱਗੇ ਜਾ ਕੇ ਜ਼ਿਕਰ ਕਰਾਂਗੇ। ਦੂਜੇ ਬੰਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਬੜਾ ਧੱਪ ਚੜਿਆ ਰਿਹਾ। ਮੁੱਖ ਮੰਤਰੀ ਕਹਿੰਦੇ ਜਦੋਂ ਮੀਟਿੰਗ ਮੁੱਕ ਜੂ ਕੈਬਨਿਟ ਦੀ ਨਾ, ਲਾ ਲਿਓ ਆਪਣਾ ਚਾਹ। ਤੇ ਅੰਦਰ ਜਦੋਂ ਆਪਸ ਵਿੱਚ ਸਿੰਘ ਫਸੇ, ਦੋ ਮੰਤਰੀ ਭਿੜੇ, ਲੋਕਾਂ ਖਲੋ ਕੇ ਤਮਾਸ਼ਾ ਵੇਖਿਆ। ਦੂਜੇ ਬੰਨੇ ਇੱਕ ਹੋਰ ਚਿੱਠੀ ਵਾਇਰਲ ਹੋਈ ਫਿਰਦੀ ਰਹੀ, ਜਿਹੜੀ ਬਾਅਦ ਚ ਵਾਪਸ ਕਹਿੰਦੇ ਲੈ ਲਈ ਗਈ ਕਿ ਮੁੱਖ ਮੰਤਰੀ ਨੂੰ ਤਕਲੀਫ ਨਹੀਂ ਹੋਣ ਦੇਣੀ, ਵਜਾਓ ਭਾਵੇਂ ਡੀਜੇ ਤੇ ਭਾਵੇਂ ਸੁਣਾਓ ਗੁਰਬਾਣੀ। ਤੇ ਤੁਸੀਂ ਜਦੋਂ ਮਾਲ ਅਫਸਰਾਂ ਦੀ ਹੜਤਾਲ ਤੇ ਦੇਖਦੇ ਹੋ ਨਾ ਕਿ ਇੱਕ ਵਿਜੀਲੈਂਸ ਨੇ ਫੜ ਲਿਆ, ਬਾਕੀ ਕਹਿੰਦੇ ਜਾਓ ਕੰਮ ਨਹੀਂ ਕਰਦੇ, ਲੱਭ ਲੋ ਖਜ਼ਾਨੇ 'ਚ ਪੈਸੇ, ਉਦੋਂ ਇੱਕ ਛੋਟਾ ਜਿਹਾ ਸਵਾਲ ਆ ਸਾਰੇ ਪੰਜਾਬੀਆਂ ਤੇ ਸਾਰੇ ਮੰਤਰੀਆਂ ਨੂੰ, ਦੱਸਿਓ ਕਾ ਭਲਾ ਕਿੰਨੇ ਕੁ ਲੋਕਾਂ ਨੇ ਬਿਨਾਂ ਪੈਸੇ ਦਿੱਤਿਆਂ ਤਹਿਸੀਲਾਂ 'ਚ ਰਜਿਸਟਰੀਆਂ ਕਰਾਈਆਂ? ਆ ਕਿਹੜਾ ਪੰਜਾਬੀ ਜਿਹਨੂੰ ਨਹੀਂ ਪਤਾ ਕਿ ਅੰਦਰ ਕੀ ਹੁੰਦਾ? ਕਿਸੇ ਦੀ ਜ਼ਰੂਰਤ ਪਈ, ਭਾਵੇਂ ਕਪਤਾਨ ਆ ਗਏ, ਭਾਵੇਂ ਬਾਦਲ ਆ ਗਏ ਤੇ ਭਾਵੇਂ ਹੁਣ ਆਮ ਆਦਮੀ ਆ ਗਏ, ਚੰਨੀ ਸਾਹਿਬ, ਕੋਈ ਦੱਸ ਸਕਿਆ ਅੱਜ ਤੱਕ ਕਿ ਪੰਜਾਬ ਦੇ ਰੈਵਨਿਊ ਦੀ ਲੀਕੇਜ ਇੱਥੋਂ ਥਾਣੀ ਕਿਉਂ ਹੁੰਦੀ? ਪੂਰੇ ਮੁੱਲ ਤੇ ਰਜਿਸਟਰੀਆਂ ਕਿਉਂ ਨਹੀਂ ਹੁੰਦੀਆਂ? ਆਖਰ ਇੱਕ ਬੰਦਾ ਫੜ ਲਓ, ਸਾਰੇ ਹੜਤਾਲ ਤੇ ਚਲੇ ਜਾਓ। ਇੱਕ ਵਾਰੀ ਪ੍ਰੋਮਿਸ ਕਰਨ ਤਾਂ ਇੱਕ ਲਿਆਉਣ ਰੈਜੂਲੇਸ਼ਨ, ਸਾਰੇ ਜਾਓ, ਇੱਕ ਪੈਸਾ ਨਾ ਲੈਂਦੇ ਆ ਨਾ ਲੈਣ ਦਿੰਦੇ ਆ। ਪਰ ਕਿੱਥੇ? ਜਦੋਂ ਤੁਸੀਂ ਥੋੜਾ ਜਿਹਾ ਅਗਾਂਹ ਚੱਲੋਗੇ ਤਾਂ ਬਹੁਤ ਸਾਰੀਆਂ ਘਟਨਾਵਾਂ ਦੇ ਵਿੱਚ ਕਿਸਾਨੀ ਘਟਨਾਵਾਂ ਨੂੰ ਇਗਨੋਰ ਨਹੀਂ ਕਰ ਸਕਦੇ। ਅਗਲਿਆਂ ਦਾ ਹੁਣ ਕੇਂਦਰ ਨਾਲ ਤਾਂ ਮੁੱਕ ਗਿਆ ਥੋੜੇ ਦੇਰ ਲਈ, ਉੱਥੇ ਤਾਂ ਮੋਰਚਾ ਹੋ ਗਿਆ ਮੁਅੱਤਲ, ਤੇ ਜਿਹੜੇ ਝੰਡੇ ਇੱਥੇ ਗੱਡੇ ਜਾਣੇ ਆ, ਮੈਨੂੰ ਲੱਗਦਾ ਕਿ ਜੇ ਇਹ ਪ੍ਰੈਸ਼ਰ ਗਰੁੱਪ ਦੇ ਰੂਪ ਚ ਸਰਕਾਰ ਨੂੰ ਘੇਰਨ ਤੁਰ ਪਏ ਨਾ, ਤੇ ਪੰਜਾਬ ਦੀ ਉੱਤੇ ਦੀ ਥੱਲੇ ਦੀ ਹੋ ਜਾਣੀ ਆ। ਅਜੇ ਬਹੁਤ ਸਾਰੇ ਮਾਮਲੇ ਜਿਨ੍ਹਾਂ ਦੇ ਵਿੱਚ ਕਿਸਾਨੀ ਕਰਜ਼ਿਆਂ ਤੇ ਲੀਕ ਫਿਰਨ ਵਾਲੀ ਆ। ਆਪਾਂ ਮੁੜ ਕੇ ਆਉਂਦੇ ਆ ਕੀ ਹੋ ਗਿਆ ਜੀ? ਆਪਸ ਵਿੱਚ ਲੜ ਪਏ, ਕਹਿੰਦੇ ਐਸਐਸਪੀ ਲੱਗਣ ਦਾ ਰੌਲਾ ਪੈ ਗਿਆ, ਇਹ ਪੈਸੇ ਦੇ ਕੇ ਲਾਤੇ ਜੀ, ਆਪਣਿਆਂ ਨੇ ਹੀ ਦੱਸਤਾ, ਆਪਣਿਆਂ ਨੂੰ ਹੀ ਦੱਸਤਾ ਤੇ ਆਪਣਿਆਂ ਨਾਲ ਹੀ ਖਹਿ ਗਏ। ਤੇ ਫਿਰ ਜਦੋਂ ਅਗਲਿਆਂ ਨੇ ਅੱਖਾਂ ਵਿਖਾਈਆਂ, ਫਿਰ ਸ਼ਾਮ ਨੂੰ ਸੱਦ ਲਏ ਸਾਰੇ, ਰੋਟੀ ਪਾਣੀ ਇਕੱਠਿਆਂ ਖਾਧਾ, ਮੁੜ ਕੇ ਕੋਈ ਦੱਸ ਧੁੱਖ ਨਾ ਨਿਕਲੀ। ਲੇਕਿਨ ਉਦੋਂ ਤੱਕ ਤਾਂ ਧੂਆਂ ਅੱਗ ਬਣ ਗਿਆ ਸੀ, ਤੇ ਅੱਗ ਤਾਂ ਫਿਰ ਜੰਗਲ ਦੀ ਅੱਗ ਵਾਂਗ ਫੈਲਦੀ ਹੈ ਜੀ। ਕੀ ਕਹਿੰਦੇ ਹੋ ਰੰਧਾਵਾ ਜੀ? ਬਿਲਕੁਲ ਠੀਕ ਆ। ਇਹ ਉਹੀ ਗੱਲ ਆ, ਇਸ ਟਾਈਮ ਜਿਹੜਾ ਕੁਨਬਾ ਕਾਂਗਰਸ ਤੋਂ ਲੱਗਦਾ ਜਾਂ ਨਵੀਂ ਸਰਕਾਰ ਦਾ ਉਤਸ਼ਾਹ ਉਹ ਸਾਂਭਿਆ ਨਹੀਂ ਜਾ ਰਿਹਾ। ਇੱਕ ਡੈਕੋਰਮ ਹੁੰਦਾ, ਇੱਕ ਅਨੁਸ਼ਾਸਨ ਹੁੰਦਾ, ਇੱਕ ਪ੍ਰੋਟੋਕਾਲ ਦੇ ਵਿੱਚ ਸਰਕਾਰ ਚੱਲਦੀ ਆ, ਮੁੱਖ ਮੰਤਰੀ ਹੁੰਦੇ ਨੇ, ਕੈਬਨਿਟ ਮੰਤਰੀ ਹੁੰਦੇ ਨੇ, ਕੈਬਨਿਟ ਦੀਆਂ ਬੈਠਕਾਂ ਹੁੰਦੀਆਂ ਤੇ ਬੜੇ ਅਨੁਸ਼ਾਸਨਤਾ ਨਾਲ ਚੱਲਦੀਆਂ। ਲੇਕਿਨ ਜਿਹੜੇ ਮਨ ਦੇ ਵਿੱਚ ਮਤਭੇਦ ਨੇ ਉਹ ਕਦੋਂ ਬਾਹਰ ਆਉਣੇ ਨੇ, ਕਿਹੜੇ ਵੇਲੇ ਕੱਢਣੇ, ਤੇ ਜੋ ਖੁੱਲੇ ਦਰਵਾਜ਼ੇ ਰਹਿ ਜਾਂਦੇ ਆ, ਆਵਾਜ਼ਾਂ ਬਾਹਰ ਤੱਕ ਆਉਂਦੀਆਂ, ਤੇ ਫਿਰ ਲੋਕਾਂ ਨੂੰ ਤਾਂ ਗੱਲਾਂ ਪਤਾ ਲੱਗ ਜਾਂਦੀਆਂ ਤੇ ਲੋਕਾਂ ਨੂੰ ਹੱਕ ਵੀ ਆ ਫਿਰ ਗੱਲਾਂ ਕਰਨ ਦਾ। ਤੁਸੀਂ ਦੇਖੋ, ਇਹ ਕੈਬਨਿਟ ਮੀਟਿੰਗ ਵਿੱਚ ਜਿਹੜੀ ਆਪਾਂ ਅਸਲੀ ਗੱਲ ਤੇ ਆਈਏ, ਇਸ ਤਰ੍ਹਾਂ ਲੱਗਦਾ ਸੀ ਕਿ ਪਹਿਲਾਂ ਹੀ ਸਾਰਾ ਕੁਝ ਫਿਕਸ ਸੀਗਾ ਤੇ ਇਸ ਮੁੱਦੇ ਨੂੰ ਜਾਣਬੁੱਝ ਕੇ ਉਭਾਰਿਆ ਵੀ ਗਿਆ ਤਾਂ ਕਿ ਆਪਣੇ ਦਿਲ ਦੇ ਜਿਹੜੀਆਂ ਕਿੜਾ ਸੀ ਉਹ ਕੱਢ ਲਈਏ। ਹੁਣ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਰੰਧਾਵਾ ਜੀ, ਉਹ ਬੈਠਕ ਹੁੰਦੀ ਹੈ, ਬੈਠਕ ਸਾਰੇ ਏਜੰਡੇ ਜਿਹੜੇ ਕੈਬਨਿਟ ਦੇ ਸੀਗੇ ਆਫੀਸ਼ੀਅਲ ਏਜੰਡੇ ਉਹ ਖਤਮ ਹੋ ਜਾਂਦੇ ਆ ਤੇ ਫਿਰ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਕੋਲੇ ਅੱਜ ਕੱਲ ਗ੍ਰਹਿ ਵਿਭਾਗ ਆ, ਹੋਮ ਡਿਪਾਰਟਮੈਂਟ ਆ, ਉਹ ਕਹਿੰਦੇ ਜੀ ਮੇਰੇ ਤੇ ਦੋਸ਼ ਬੜੇ ਲੱਗ ਰਹੇ ਆ, ਦੋਸ਼ ਲੱਗ ਰਹੇ ਆ ਕਿ ਮੈਂ ਪੈਸੇ ਲੈ ਕੇ ਤੇ ਐਸਐਸਪੀ ਲਾਉਣਾ। ਦੇਖੋ, ਦੋਸ਼ ਤਾਂ ਪਹਿਲਾਂ ਵੀ ਕਈ ਵਾਰੀ ਲੱਗਦੇ ਰਹੇ ਆ, ਕਈ ਜਿਹੜੇ ਗ੍ਰਹਿ ਵਿਭਾਗ ਵਾਲਿਆਂ ਤੇ ਕਈਆਂ ਮੰਤਰੀਆਂ ਤੇ, ਲੇਕਿਨ ਹੁਣ ਕੈਬਨਿਟ ਦੇ ਵਿੱਚ ਇਹ ਮਸਲਾ ਆਉਣਾ, ਇਹ ਆਪਣੇ ਆਪ ਦੇ ਵਿੱਚ ਬੜੀ ਵਿਲੱਖਣ ਜਿਹੜਾ ਹੈਗਾ, ਉਹ ਮੈਨੂੰ ਲੱਗਦਾ ਇਹ ਇੱਕ ਤਰ੍ਹਾਂ ਦੀ ਘਟਨਾ। ਹੁਣ ਤੁਸੀਂ ਦੇਖੋ ਰੰਧਾਵਾ ਜੀ, ਉਹ ਫਿਰ ਕਿਵੇਂ ਉਠਾਇਆ ਕਿਵੇਂ ਜਾਂਦਾ? ਉਹ ਪੁੱਛਦੇ ਆ ਵੀ ਹਾਂਜੀ ਕਿਹਨੇ ਤੁਹਾਡੇ ਤੇ ਇਲਜ਼ਾਮ ਲਾਇਆ, ਤੇ ਉਹ ਗੱਲ ਕਰਦੇ ਆ, ਫਿਰ ਰਾਣਾ ਗੁਰਜੀਤ ਹੋਣੀ ਵਿੱਚ ਆਉਂਦੇ ਆ ਤੇ ਉਹ ਕਹਿੰਦੇ ਆ ਜੀ ਮੈਨੂੰ ਤਾਂ ਇੱਕ ਮੰਤਰੀ ਨੇ ਦੱਸਿਆ, ਇੱਕ ਮੰਤਰੀ ਨੇ ਦੱਸਿਆ। ਤਾਂ ਕਹਿੰਦੇ ਕਿਹੜੇ ਮੰਤਰੀ ਆ? ਤੇ ਇਸ਼ਾਰਾ ਹੁੰਦਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲ। ਜੇ ਇਹ ਸਾਰੀ ਘਟਨਾ ਦਾ ਜੇ ਤੁਹਾਨੂੰ ਵੀ ਬਿਲਕੁਲ ਪਤਾ ਇਲਮ ਆ ਤੇ ਇਹਦੇ ਵਿੱਚ ਜੇ ਅੱਜ ਵੱਡੀਆਂ ਅਖਬਾਰਾਂ 'ਚ ਛਪ ਗਿਆ। ਜਾਗਰਣ ਦੀ ਜਿਹੜੀ ਮੇਰੇ ਖਿਆਲ ਫਰੰਟ ਪੇਜ ਦੀ ਸਟੋਰੀ ਆ, ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਨਾਂ ਲਿਖ ਕੇ ਦੱਸਿਆ ਵੀ ਜਦੋਂ ਰਾਣੇ ਗੁਰਜੀਤ ਵੱਲ ਉਂਗਲ ਉੱਠੀ ਤੇ ਉਹਨਾਂ ਨੇ ਗਾਂ ਉਂਗਲ ਕਰਤੀ, ਤੇ ਉਂਗਲਾਂ ਤੇ ਫਿਰ ਉਂਗਲਾਂ ਹੀ ਹੁੰਦੀਆਂ ਨਾ।
ਹੂੰ ਜੀ। ਹੁਣ ਤੁਸੀਂ ਦੇਖੋ, ਜਦੋਂ ਆਪਸ ਦੇ ਵਿੱਚ ਇੰਨੇ ਕੁ ਜ਼ਿਆਦਾ ਜਦੋਂ ਆਪਸ ਦੇ ਵਿੱਚ ਬਹਿਸ ਹੋ ਗਈ ਤੇ ਉੱਠ ਕੇ ਖੜੇ ਹੋ ਗਏ ਸੁਖਜਿੰਦਰ ਸਿੰਘ ਰੰਧਾਵਾ, ਪੈਨ ਸੀ ਉਹਨਾਂ ਦੇ ਹੱਥ 'ਚ, ਵਗਾ ਕੇ ਮਾਰਿਆ, ਕੁਰਸੀ ਹੂੰ ਪਿੱਛੇ ਖਿੱਚ ਲਈ। ਰੰਧਾਵਾ ਜੀ, ਉੱਥੇ ਸਥਿਤੀ ਇਹ ਹੋ ਗਈ ਸੀ ਕਿ ਇੱਕ ਦੂਸਰੇ ਨਾਲ ਜਿਵੇਂ ਕਹਿੰਦੇ ਹੱਥੋਂ ਪਾਈ ਨਹੀਂ ਹੋਈ, ਬਾਕੀ ਸਾਰਾ ਕੁਝ ਹੋਇਆ। ਫਿਰ ਮੁੱਖ ਮੰਤਰੀ ਵੀ ਉੱਥੇ ਮੌਜੂਦ ਸੀ। ਉਹ ਪੁੱਛਦੇ ਆ ਰਜ਼ੀਆ ਸੁਲਤਾਨਾ ਨੂੰ, ਉਹਨਾਂ ਨੇ ਸੋਚਿਆ ਕਿ ਚਲੋ ਮੈਂ ਗੱਲ ਨੂੰ ਕਿਸੇ ਦਾ ਮੋੜ ਦਵਾਂ। ਉਹ ਰਜ਼ੀਆ ਸੁਲਤਾਨਾ ਹੁਣ ਜਿਹੜੇ ਜਲ ਮੰਤਰੀ ਨੇ, ਉਹਨਾਂ ਨੂੰ ਇਹ ਪੁੱਛਦੇ ਆ ਕਿ ਤੁਸੀਂ ਦੱਸੋ, ਤੁਹਾਡੇ ਇਲਾਕੇ ਦੇ ਵਿੱਚ ਅਸੀਂ ਐਸਐਸਪੀ ਲਾਏ ਆ, ਕੋਈ ਪੈਸੇ ਦੀ ਗੱਲ ਹੋਈ? ਉਹ ਕਹਿੰਦੇ ਜੀ ਪੈਸੇ ਦੀ ਤਾਂ ਗੱਲ ਕੋਈ ਨਹੀਂ ਹੋਈ, ਲੇਕਿਨ ਇੱਕ ਗੱਲ ਜ਼ਰੂਰ ਹੋਈ। ਉਹ ਕਹਿੰਦੇ ਉਹ ਹੂੰ ਕਿਹੜੀ? ਉਹ ਕਹਿੰਦੇ ਜੀ ਉਹ ਜਿਹੜਾ ਐਸਐਸਪੀ ਸੀ, ਉਹਨੂੰ ਕੈਪਟਨ ਅਮਰਿੰਦਰ ਸਿੰਘ ਹੋਣਾ ਕੋਲ ਪਤਾ ਨਹੀਂ ਕਿਹਨੇ ਭੇਜਿਆ ਮਿਲਣ ਵਾਸਤੇ। ਇਸ ਗੱਲ ਹੂੰ ਤੇ ਵੀ ਰੌਲਾ ਪੈ ਗਿਆ। ਅੱਛਾ, ਮੈਂ ਉਹਦੇ ਚ ਇੱਕ ਐਡ ਕਰ ਦਿਆਂ, ਕਿਉਂਕਿ ਇਸ ਗੱਲ ਦਾ ਬੜਾ ਮਾਣ ਹੈ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿ ਮੈਂ ਓਨੈਸਟ ਵਜ਼ੀਰ ਹਾਂ। ਉਹ ਸਦਾ ਹੀ ਜੀ ਟੀਵੀ ਚੈਨਲਾਂ ਦੇ ਉੱਤੇ ਜਦੋਂ ਵੀ ਇੰਟਰਵਿਊ ਦਿੰਦੇ ਕਹਿੰਦੇ ਆ, ਕੈਪਟਨ ਅਮਰਿੰਦਰ ਸਿੰਘ ਤੇ ਵੀ ਦੋਸ਼ ਲਾਉਂਦੇ ਰਹੇ ਆ ਕਿ ਕੋਈ ਦੱਸੇ ਮੈਂ ਪੀੜ੍ਹੀਆਂ ਤੋਂ ਅਸੀਂ ਇਮਾਨਦਾਰ ਲੋਕ ਆ, ਸੱਚੀ ਗੱਲ ਹੋ ਸਕਦੀ ਆ, ਦਾਵਾ ਐਵੇਂ ਨਹੀਂ ਕੋਈ ਕਰਦਾ ਹੁੰਦਾ, ਕੋਈ ਗੱਲ ਤਾਂ ਅੰਦਰ ਹੋਊ। ਸੋ ਕਹਿੰਦੇ ਨੇ ਕਿ ਜਦੋਂ ਇਸ ਗੱਲ ਨੂੰ ਮੁੱਖ ਮੰਤਰੀ ਨੇ ਆਪਣੇ ਹੱਥ 'ਚ ਲਿਆ ਵੀ ਦੱਸੋ ਆ ਜਿਹੜੇ ਅਸੀਂ ਐਸਐਸਪੀ ਲਾਏ, ਇਹ ਤਾਂ ਸਾਰੇ ਸੰਬੰਧਿਤ ਵਜ਼ੀਰਾਂ ਤੇ ਐਮਐਲਏਜ਼ ਨੂੰ ਪੁੱਛ ਕੇ ਲਾਏ, ਤੇ ਫਿਰ ਇਹਦੇ 'ਚ ਪੈਸਿਆਂ ਦੀ ਗੱਲ ਕਿੱਥੋਂ ਆ ਗਈ? ਤੇ ਉਹਨਾਂ ਨੇ ਹਾਮੀ ਭਰਵਾ ਲਈ ਰਜੀਆ ਸੁਲਤਾਨਾ ਤੋਂ, ਤੇ ਉਹ ਵੀ ਕਿਤੇ ਸਤੇ ਪਏ ਸੀ, ਕਹਿੰਦੇ ਮੇਰੇ ਵਾਲਾ ਐਸਐਸਪੀ ਕੈਪਟਨ ਕੋਲ ਕੀ ਕਰਨ ਗਿਆ। ਸੋ ਇਹ ਸਵਾਲ ਵਾਕਈ ਤੁਹਾਡੀ ਗੱਲ ਠੀਕ ਹੈ ਜੀ। ਹਾਂਜੀ। ਅੱਛਾ, ਫੇਰ ਗੱਲ ਆ ਗਈ, ਰਾਣਾ ਗੁਰਜੀਤ ਬੋਲ ਪਏ। ਉਹ ਕਹਿੰਦੇ ਹੂੰ ਮੇਰੇ ਇਲਾਕੇ 'ਚ ਰੈਲੀ ਹੋ ਰਹੀ ਸੀ, ਤੰਬੂ ਪੱਟ ਤੇ, ਉਹਦੀ ਹੂੰ ਐਫਆਈਆਰ ਦਾ ਕੀ ਬਣ ਗਿਆ? ਮਤਲਬ ਕਿ ਤਮਾਮ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਪਈਆਂ। ਫਿਰ ਅਰੁਣਾ ਚੌਧਰੀ, ਹੂੰ ਮੈਨੂੰ ਲੱਗਦਾ ਉਹ ਬਹੁਤ ਸਿਆਣੇ ਮੰਨੇ ਜਾਂਦੇ ਨੇ, ਉਹਨਾਂ ਨੇ ਵਿੱਚ ਪੈ ਕੇ ਤੇ ਫਿਰ ਇਹ ਗੱਲ ਕਹੀ ਕਿ ਭਾਈ ਲੋਕੋ ਚੁੱਪ ਹੋ ਜਾਓ, ਚੋਣਾਂ ਸਿਰ ਤੇ ਆ ਤੁਹਾਡੀਆਂ ਸਾਰੀਆਂ ਗੱਲਾਂ ਜਿਸ ਹਿਸਾਬ ਨਾਲ ਤੁਸੀਂ ਬੋਲਦੇ ਹੋ, ਇਹ ਬਾਹਰ ਜਾਣਗੀਆਂ, ਮੀਡੀਆ 'ਚ ਜਾਣਗੀਆਂ, ਤੇ ਫਿਰ ਕਾਂਗਰਸ ਨੂੰ ਇਸ ਦੀ ਨਮੂਸ਼ੀ ਝੱਲਣੀ ਪੈਣੀ ਆ। ਪਹਿਲਾਂ ਚੋਣਾਂ ਜਿੱਤ ਲਓ ਤੇ ਫਿਰ ਜਿਹੜੇ ਝਗੜੇ ਆਪਸ ਦੇ ਜਿਹੜੇ ਮਸਲੇ ਆ ਉਹ ਨਿਪਟਾ ਲਿਓ ਜਦੋਂ ਮਰਜ਼ੀ ਬੈਠ ਕੇ। ਫੇਰ ਕਿਤੇ ਮਾੜਾ ਮੋਟਾ ਠੱਲ ਪਈ, ਫੇਰ ਕਿਤੇ ਸਾਰਿਆਂ ਨੂੰ ਕਿਤੇ ਥੋੜਾ ਜਿਹੜੀ ਸੁਬੁੱਧੀ ਜਿਹਨੂੰ ਕਹਿੰਦੇ ਆ ਬੁੱਧੀ ਆਈ, ਤੇ ਹੂੰ ਉਹ ਜਿਹੜੀ ਬੈਠਕ ਖਤਮ ਹੋਈ। ਲੇਕਿਨ ਉਸ ਤੋਂ ਬਾਅਦ ਵੀ ਕਹਿੰਦੇ ਜਿਹੜੀਆਂ ਇਹਦੀਆਂ ਚਿੰਗਾਰੀਆਂ ਸੀ ਉਹ ਭੜਕਦੀਆਂ ਰਹੀਆਂ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਇਹ ਜਿਹੜਾ ਮਸਲਾ ਉਹ ਹੋਰ ਮੱਗੂਗਾ, ਉਹ ਇੱਥੇ ਜਾ ਕੇ ਖੜ ਨਹੀਂ ਜਾਣਾ। ਕਿਉਂਕਿ ਜਿਹੜੇ ਦੋਸ਼ ਲੱਗ ਗਏ, ਜੋ ਗੱਲਾਂ ਮੀਡੀਆ 'ਚ ਚਲੀਆਂ ਗਈਆਂ, ਹਰ ਕਿਸੇ ਨੇ ਆਪਣੇ ਆਪ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਨਾ ਹੀ ਆ, ਤੇ ਜਦੋਂ ਜਸਟੀਫਾਈ ਕਰਨ ਲੱਗੇ ਤੇ ਦੂਸਰੇ ਤੇ ਇਲਜ਼ਾਮ ਲੱਗਣੇ ਲਗਭਗ ਕੁਦਰਤੀ ਆ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ। ਰੰਧਾਵਾ ਜੀ, ਮਨਪ੍ਰੀਤ ਜੀ, ਇਹੀ ਮੁਸ਼ਕਲਾਂ ਹੁੰਦੀਆਂ ਨਾ ਕਿ ਤੁਹਾਨੂੰ ਯਾਦ ਆ ਜਦੋਂ ਇਹ ਸਰਕਾਰ ਆਈ ਸੀ ਸ਼ੁਰੂਆਤ ਦੇ ਵਿੱਚ, ਮੰਤਰੀ ਵੀ ਜਿਨ੍ਹਾਂ 'ਚ ਪ੍ਰਗਟ ਸਿੰਘ ਵੀ ਸੀਗੇ ਔਰ ਮੁੱਖ ਮੰਤਰੀ, ਉਹ ਧਰਨਿਆਂ ਦੇ ਵਿੱਚ ਆਪ ਚਲੇ ਜਾਂਦੇ ਸੀ, ਰਾਹ ਜਾਂਦਿਆਂ ਨੂੰ ਮਿਲ ਲੈਂਦੇ ਸੀ। ਹੁਣ ਜਿਹੜੀ ਉਹ ਚਿੱਠੀ ਨਿਕਲੀ, ਉਹ ਪਹਿਲੀ ਗੱਲ ਤੇ ਇਹੋ ਜਿਹੀਆਂ ਗੱਲਾਂ ਚਿੱਠੀਆਂ ਚੁੱਠੀਆਂ 'ਚ ਹੋਣ ਵਾਲੀਆਂ ਹੁੰਦੀਆਂ ਨਹੀਂ। ਉਹ ਕਿਸੇ ਤੋਂ ਗਲਤੀ ਹੋ ਗਈ ਜਾਂ ਕਿਉਂ ਕਾਹਲੀ 'ਚ ਹੋ ਗਈ, ਇਹ ਗੱਲਾਂ ਤਾਂ ਕਿੰਨੇ ਕੁ ਜ਼ਿਲ੍ਹਿਆਂ ਦੇ ਐਸਐਸਪੀ ਆ, 20-22 ਤਾਂ ਹੈਗੇ ਆ, 24 ਹੋਣਗੇ, ਤੇ ਟੈਲੀਫੋਨਿਕਲੀ ਮੈਸੇਜ ਲੱਗ ਜਾਂਦੇ ਆ। ਇਹ ਬੜੇ ਸੀਕ੍ਰੇਟ ਹੁੰਦੇ ਆ। ਅੱਜ ਕੱਲ ਤਾਂ WhatsApp ਵੀ ਕਹਿੰਦੇ ਰਿਕਾਰਡ ਕਰ ਲੈਂਦੀਆਂ ਮਸ਼ੀਨਾਂ ਤੇ। ਪਰ ਖੈਰ, ਜੇਕਰ ਇਸ ਗੱਲ ਨੂੰ ਵੀ ਵੇਖੀਏ ਤੇ ਮੈਂ ਕਹਿੰਦਾ ਉਹ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ, ਮਹਿਲਾਂ ਵਾਲਿਆਂ ਦਾ ਤੇ ਅੰਦਰ ਪਤਾ ਹੀ ਨਹੀਂ ਸੀ ਲੱਗਦਾ, ਆ ਦੱਬੀ ਰਿੱਝਦੀ ਰਹਿੰਦੀ ਸੀ। ਹੁਣ ਹੁਣ ਪਤਾ ਲੱਗਦਾ ਸਰਕਾਰਾਂ ਕਿਦਾਂ ਕੰਮ ਕਰਦੀਆਂ, ਕਿੱਡੇ ਜਰਖੇਜ਼ ਆਈਡੀਏ ਨਿਕਲਦੇ ਆ। ਰਣਨੀਤੀਕਾਰ ਐਵੇਂ ਥੋੜੀ ਬਿਠਾਏ ਹੁੰਦੇ ਆ। ਕੀ ਕਹਿੰਦੇ ਹੋ? ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਨੂੰ ਲੱਗਦਾ ਜਿਹੜੀ ਕਾਂਗਰਸ ਆ, ਘੱਟੋ ਘੱਟ ਇਹ ਕਿਸਾਨੀ ਅੰਦੋਲਨ ਵਾਲੀ ਵੇਖ ਲੈਂਦੀ, ਜੀ ਇਸ ਸੰਘਰਸ਼ ਨੂੰ ਵੇਖ ਲੈਂਦੀ। ਹੁਣੇ ਉਹਨਾਂ ਨੇ ਕੱਲ, ਤੁਹਾਨੂੰ ਪਤਾ ਹੀ ਆ, ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਇਸ ਅੰਦੋਲਨ ਨੂੰ ਕਿਹਾ ਕਿ ਅਸੀਂ ਖਤਮ ਕਰਨ ਜਾ ਰਹੇ ਹਾਂ, ਤੇ 11 ਦਸੰਬਰ ਨੂੰ ਘਰ ਵਾਪਸੀਆਂ ਜਿਹੜੀਆਂ ਉਹ ਕਰਨਗੇ। ਮੇਰਾ ਕਹਿਣ ਦਾ ਮਤਲਬ, ਜੇ ਪੰਜਾਬ ਤੇ ਆਈਏ, ਜਦੋਂ ਤੁਸੀਂ ਲੋਕਾਂ ਦੀ ਆਵਾਜ਼ ਬੰਦ ਕਰੋਗੇ, ਜਿਹੜੇ ਧਰਨੇ ਪ੍ਰਦਰਸ਼ਨ, ਸਰਕਾਰ ਨੇ ਤਾਂ ਲੋਕਾਂ ਦੀ ਆਵਾਜ਼ ਸੁਣਨੀ ਹੁੰਦੀ ਆ। ਤੁਸੀਂ ਮੀਡੀਆ ਦੇਖੋ, ਮੀਡੀਆ ਕੌਣ ਆ? ਇਹ ਸਰਕਾਰ ਦੀਆਂ ਅੱਖਾਂ ਤੇ ਕੰਨ ਨੇ। ਜੋ ਅਸੀਂ ਬੋਲਦੇ ਆ ਜਾਂ ਲਿਖਦੇ ਆ ਜਾਂ ਟੀਵੀ 'ਚ ਖਬਰਾਂ ਦਿਖਾਈਆਂ ਜਾਂਦੀਆਂ, ਤਾਂ ਕਿ ਲੋਕਾਂ ਦੀਆਂ ਦਿੱਕਤਾਂ, ਲੋਕਾਂ ਦੀਆਂ ਸਮੱਸਿਆਵਾਂ ਇਹਨਾਂ ਤੱਕ ਪਹੁੰਚਣ ਤੇ ਉਹਨਾਂ ਦਾ ਹੱਲ ਹੋਵੇ। ਕਈ ਵਾਰੀ ਸਰਕਾਰ ਨੂੰ ਵਕਤ ਨਹੀਂ ਮਿਲਦਾ। ਲੇਕਿਨ ਤੁਹਾਡੇ ਜੇ ਮੋਰਿੰਡੇ ਚਮਕੌਰ ਸਾਹਿਬ ਦੇ ਉਸ ਇਲਾਕੇ ਦੇ ਵਿੱਚ ਧਰਨੇ ਪ੍ਰਦਰਸ਼ਨ ਲੱਗਦੇ ਆ, ਪਹਿਲਾਂ ਯਾਦ ਕਰੋ ਜਦੋਂ ਕੈਪਟਨ ਅਮਰਿੰਦਰ ਸਿੰਘ ਸੀ ਤੇ ਸਾਰੇ ਧਰਨੇ ਪ੍ਰਦਰਸ਼ਨ ਪਟਿਆਲੇ ਲੱਗਦੇ ਸੀ, ਮੋਤੀ ਬਾਗ ਦੇ ਉਸ ਮਹਿਲ ਲੱਗੇ ਲੱਗਦੇ ਸੀ। ਤੇ ਜੇ ਹੁਣ ਤੁਸੀਂ ਮੁੱਖ ਮੰਤਰੀ ਬਣੇ ਹੋ ਤਾਂ ਤੁਹਾਡੇ ਲੱਗਣੇ ਆ, ਜੇ ਤੁਸੀਂ ਉਹਨਾਂ ਦੀ ਆਵਾਜ਼ ਡੀਜੇ ਲਾ ਕੇ, ਜਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਇੰਨੀ ਉੱਚੀ ਆਵਾਜ਼ ਕਰ ਦਾਂਗੇ, ਸਾਡੀ ਆਵਾਜ਼ ਇੰਨੀ ਬੁਲੰਦ ਹੋ ਜਾਊਗੀ, ਚਾਹੇ ਤੁਸੀਂ ਧਾਰਮਿਕ ਗੀਤ ਲਾਓ, ਚਾਹੇ ਸ਼ਬਦ ਕੀਰਤਨ ਲਾਓ, ਲੇਕਿਨ ਲੋਕਾਂ ਦੀ ਜੇ ਆਵਾਜ਼ ਬੰਦ ਕਰੋਗੇ, ਇਹ ਆਪਣੇ ਆਪ ਦੇ ਵਿੱਚ ਵਾਕਿਆ ਮੈਨੂੰ ਲੱਗਦਾ ਹੈ ਮੂਰਖਤਾ
ਵਾਲੀ ਗੱਲ ਆ। ਤੇ ਜਿਹੜੇ ਵੀ ਅਫਸਰ ਨੇ ਜਾਂ ਜਿਸ ਵੀ ਵਿਅਕਤੀ ਨੇ ਇਹ ਗੱਲ ਸੋਚੀ ਆ, ਉਸ ਦੀ ਜਿਹੜੀ ਕਾਬਲੀਅਤ ਆ ਉਹ ਆਪਣੇ ਆਪ ਦੇ ਵਿੱਚ ਪ੍ਰਸ਼ਨ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ, ਪ੍ਰਸ਼ਨਾਂ ਦੇ ਘੇਰੇ ਦੇ ਵਿੱਚ। ਇਸ ਕਰਕੇ ਇਹਨਾਂ ਜਿਹੜੀਆਂ ਜਿਸ ਤਰ੍ਹਾਂ ਦੇ ਇਹ ਫਰਮਾਨ ਕੱਢਦੇ ਆ, ਪਹਿਲਾਂ ਕਮ ਸੇ ਕਮ ਉਸ ਤੇ ਵਿਚਾਰ ਕਰ ਲਿਆ ਕਰਨ, ਇਹ ਕਿਸ ਤਰ੍ਹਾਂ ਦਾ ਲੋਕਤੰਤਰ ਪੈਦਾ ਕਰਨਾ ਚਾਹੁੰਦੇ ਆ। ਤੁਸੀਂ ਲੋਕਾਂ ਦੀ ਆਵਾਜ਼ ਇਸ ਤਰ੍ਹਾਂ ਬੰਦ ਕਰੋਗੇ, ਕਦੇ ਡੰਡੇ ਮਾਰ ਕੇ, ਕਦੇ ਡੀਜੇ ਲਾ ਕੇ? ਜੀ ਜੀ ਰੰਧਾਵਾ ਜੀ। ਮਨਪ੍ਰੀਤ ਜੀ, ਤੁਸੀਂ ਅਫਸਰਾਂ ਤੇ ਕਿਉਂ ਗਾਜ ਡੇਕਦੇ ਹੋ? ਉਹ ਤਾਂ ਆਇਆ ਹੁਕਮ ਵਜਾਉਣ ਵਾਲੇ ਹੁੰਦੇ ਆ, ਕਿਸੇ ਅਫਸਰ ਦਾ ਕੋਈ ਦੋਸ਼ ਨਹੀਂ। ਹੁਕਮ ਤੇ ਕਿਤੇ ਹੋਰ ਆਇਆ ਹੋਊ, ਆਪਣੇ ਆਪ ਕਿਸੇ ਨੇ ਨਹੀਂ ਕੀਤਾ ਹੋਣਾ। ਇਹ ਤਾਂ ਕਿਸੇ ਤੁਹਾਡੇ ਮੇਰੇ ਵਰਗੇ ਖੜਪੈਂਚ ਨੇ ਲਾਗੋਂ ਬੈਠੇ ਆਈਡੀਆ ਦਿੱਤਾ ਹੋਣਾ ਵੀ ਇੰਜ ਨਾ ਕਰ ਲਈਏ ਜੀ, ਤੇ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦੇ ਕਿਸੇ ਸਿਪਾ ਸਲਾਰ ਨੇ ਕਿਹਾ ਹੋਣਾ, ਹਾਂ ਬਈ ਆਹ ਦੇਖੋ ਜਰਾ ਕਿੱਦਾਂ ਕਰਨਾ, ਅਗਲਿਆਂ ਚਿੱਠੀ ਕੱਢ ਮਾਰੀ ਕਿਉਂਕਿ ਵੱਡਾ ਹੁਕਮ ਆਇਆ ਹੋਊਗਾ, ਚਲੋ ਆਪਾਂ ਛੱਡ ਦਿੰਦੇ ਹਾਂ ਜੀ। ਲੇਕਿਨ ਇੱਕ ਅਤ ਅਹਿਮ ਪ੍ਰੋਗਰੈਸ ਹੋਰ ਹੁੰਦੀ ਆ। ਬੀਤੇ ਕੱਲ ਜਦੋਂ ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਜੁਆਇਨ ਕਰਦੇ ਆ, ਤਾਂ ਇੱਕ ਆਵਾਜ਼ ਦਿੰਦੇ ਆ ਕਿ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਹਿਣਾ ਹੈ ਕਿ ਤੁਸੀਂ ਜਿੰਨੇ ਟਕਸਾਲੀ ਪੁਰਾਣੇ ਅਕਾਲੀ ਆ ਉਹਨਾਂ ਨੂੰ ਇੱਕੋ ਪਲੇਟਫਾਰਮ ਤੇ ਲਿਆਓ, ਆਪਾਂ ਇਹ ਪੰਥ ਦੀ ਸ਼ਹੀਦਾਂ ਦੀ ਜਥੇਬੰਦੀ ਨੂੰ ਤਗੜੀ ਕਰੀਏ। ਤੁਸੀਂ ਆਵਾਜ਼ ਦਿਓ ਉਹਨਾਂ ਸਾਰਿਆਂ ਨੂੰ ਜਿਹੜੇ ਰੁੱਸ ਕੇ ਗਏ ਜਾਂ ਚਲੇ ਗਏ ਜਾਂ ਇੱਧਰ ਉੱਧਰ ਨੇ। ਇਹ ਦਰਅਸਲ ਪਰਦੇ ਪਿਛਲਾ ਇੱਕ ਹੋਰ ਸੱਚ ਆ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਨੇੜਲਿਆਂ ਨਾਲ ਇੱਕ ਆਈਡੀਆ ਸ਼ੇਅਰ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਬੀਜੇਪੀ ਦੀ ਸਿੱਖ ਚਿਹਰਿਆਂ ਨੂੰ ਅੱਗੇ ਲਿਆਉਣ ਦੀ ਰਣਨੀਤੀ ਦੇ ਦਰਮਿਆਨ 'ਚ ਆਪਣੀ ਕਿਰਗੀ ਵੋਟ ਵੱਲ ਧਿਆਨ ਕੇਂਦਰਿਤ ਕੀਤਾ ਸੀ ਕਿ ਆਪਾਂ ਪੰਥਕ ਹਾਂ ਤੇ ਪੰਥਕ ਰਹਿਣਾ ਚਾਹੀਦਾ ਸੀ, ਸਾਨੂੰ ਗਲਤੀਆਂ ਹੋਈਆਂ। ਇਸੇ ਤਹਿਤ ਉਹਨਾਂ ਨੇ ਆਪਣੇ ਚਿਹਰੇ ਨੂੰ ਪੰਥਕ ਬਣਾਉਣ ਲਈ ਕਵਾਇਦ ਆਰੰਭੀ, ਜਿਹਦੇ ਵਿੱਚ ਉਹ ਬ੍ਰਹਮਪੁਰਾ ਜਿਹੜੇ ਕਿ ਦੂਰ ਚਲੇ ਗਏ, ਕਿਉਂਕਿ ਢੀਂਡਸਾ ਸਾਹਿਬ ਸ਼ਾਇਦ ਹੁਣ ਪਿੱਛੇ ਮੁੜਨ ਦੀ ਸਥਿਤੀ 'ਚ ਨਹੀਂ, ਲੇਕਿਨ ਰਣਜੀਤ ਸਿੰਘ ਬ੍ਰਹਮਪੁਰਾ ਤੱਕ ਇਹ ਮੈਸੇਜ ਵੀ ਪੁੱਜਦਾ ਕੀਤਾ ਗਿਆ ਕਿ ਤੁਸੀਂ ਆਓ ਖਡੂਰ ਸਾਹਿਬ ਹਲਕੇ ਤੋਂ ਆਪ ਲੜੋ, ਤੁਹਾਨੂੰ ਦੂਜੇ ਨੰਬਰ ਦਾ ਵਜ਼ੀਰ ਬਣਾਵਾਂਗੇ ਜੇ ਸਰਕਾਰ ਬਣਦੀ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਹੀ ਬਣਾਵਾਂਗੇ, ਔਰ ਇਸ ਵਾਰੀ ਸਾਰੇ ਵੱਡੇ ਟਕਸਾਲੀ ਆਗੂ ਜਿਹੜੇ ਆ ਉਹਨਾਂ ਨੂੰ ਅੱਗੇ ਲਿਆਂਦਾ ਜਾਊਗਾ। ਹੋ ਸਕਦਾ ਇਸ ਕਵਾਇਦ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਵੀ ਮੰਤਰੀ ਬਣਨੋਂ ਰਹਿ ਜਾਣ ਤਾਂ ਰਹਿ ਜਾਣ। ਸੁਖਬੀਰ ਸਿੰਘ ਬਾਦਲ ਦੀ ਸੋਚ ਸੀ ਕਿ ਜਿਹੜੇ ਦੋਸ਼ ਲੱਗਦੇ ਆ ਇਹ ਧੋ ਲਈਏ। ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਣ ਦੀ ਜਿਹੜੀ ਗੱਲ ਉਭਾਰੀ ਗਈ ਆ ਵੀ ਅਸੀਂ ਕੱਲ ਪਟਿਆਲਿਓਂ ਇਹ ਗੱਲ ਤੁਹਾਨੂੰ ਦੇਖਣ ਨੂੰ ਮਿਲੀ ਹੋਊਗੀ ਕਿ ਅਸੀਂ ਚੰਡੀਗੜ੍ਹ ਲਵਾਂਗੇ, ਜਿਹੜਾ ਯੂਟੀ ਆ ਸਾਡੀ ਰਾਜਧਾਨੀ ਆ। ਪੰਜਾਬੀ ਬੋਲਦੇ ਇਲਾਕੇ, ਪਾਣੀਆਂ ਦੇ ਮਾਮਲੇ, ਕੱਲ ਇੱਕ ਵਾਰੀ ਫਿਰ ਉਹ ਪੁਰਾਣੀ ਗੱਲ ਤੋਰੀ ਗਈ ਆ। ਮਨਜੀਤ ਸਿੰਘ ਜੀਕੇ ਨੂੰ ਦਿੱਲੀ ਦੇ ਵਿੱਚ ਲਗਾਤਾਰ ਨੌਕ ਕੀਤਾ ਜਾ ਰਿਹਾ ਕਿ ਆਪਣੀ ਜਥੇਬੰਦੀ ਆਓ ਚਲਾਓ, ਭਾਵੇਂ ਉੱਥੇ ਕਾਲਕਾ ਨੂੰ ਪ੍ਰਧਾਨ ਬਣਾਉਣ ਦੀ ਗੱਲ ਹੋ ਰਹੀ ਆ, ਜੀਕੇ ਨੂੰ ਜਥੇਬੰਦੀ ਦਾ ਪ੍ਰਧਾਨ ਬਣਾਉਣ ਦੀ ਗੱਲ ਹੋ ਰਹੀ ਆ, ਹੋਰ ਬਹੁਤ ਸਾਰੇ ਟਕਸਾਲੀ ਲੋਕ ਉਹਨਾਂ ਤੱਕ ਅਪਰੋਚ ਕੀਤੀ ਜਾ ਰਹੀ ਆ। ਸੁਖਬੀਰ ਬਾਦਲ ਇਹ ਪ੍ਰੋਮਿਸ ਕਰਕੇ ਅੱਗੇ ਵਧਦੇ ਵੀ ਆਪਾਂ ਪੁਰਾਣੀ ਜਥੇਬੰਦੀ ਨੂੰ ਮੁੜ ਕੇ ਪ੍ਰਭਾਸ਼ਿਤ ਕਰਾਂਗੇ, ਉਦਾਂ ਦੀ ਬਣਾਵਾਂਗੇ, ਉਦਾਂ ਦਾ ਚਿਹਰਾ ਲਿਆਵਾਂਗੇ। ਹੁਣ ਇਹ ਗੱਲ ਵਕਤੀ ਆ, ਇਹ ਅਨਸਰ ਦੀ ਲੋੜ ਚੋਂ ਨਿਕਲੀ ਆ, ਇਹਨਾਂ ਥ੍ਰੈਟਸ ਦੇ ਸਾਹਮਣੇ ਆਈ ਆ, ਜਾਂ ਉਹਨਾਂ ਦਾ ਮਨ ਤਬਦੀਲ ਹੋ ਗਿਆ। ਇਹ ਦੇਖਣ ਵਾਲੀ ਗੱਲ ਆ ਕਿ ਇੱਕ ਨੈਰੇਟਿਵ ਉਭਾਰਿਆ ਜਾਵੇ ਕਿ ਅਸੀਂ ਪੰਜਾਬ ਦੇ ਆ, ਬਾਕੀ ਸਾਰੇ ਧਾੜਵੀ ਨੇ, ਬਾਹਰੋਂ ਆਉਂਦੇ ਨੇ। ਸੋ ਸੁੱਚਾ ਸਿੰਘ ਛੋਟੇਪੁਰ ਦੀ ਜ਼ੁਬਾਨ ਦੇ ਵਿੱਚ ਲਫ਼ਜ਼ ਪਾਏ ਗਏ, ਉਹਨਾਂ ਤੋਂ ਗੱਲ ਘਵਾਈ ਗਈ। ਦਰਅਸਲ ਇਹ ਅਕਾਲੀ ਦਲ ਇੱਕ ਨਵੇਂ ਏਜੰਡੇ ਤੇ ਅੱਗੇ ਵਧ ਰਿਹਾ। ਅਸੀਂ ਲੋਕਾਂ ਦੀ ਇਹਦੇ ਤੇ ਟਿੱਪਣੀ ਵੀ ਲੈਣੀ ਆ, ਤੇ ਮੈਂ ਤੁਹਾਡੀ ਟਿੱਪਣੀ ਵੀ ਬਹੁਤ ਜ਼ਰੂਰੀ ਲੈਣੀ ਆ। ਤੁਸੀਂ ਆਪਣੀ ਰਾਏ ਜ਼ਰੂਰ ਦਿੰਦੇ ਰਹੋ ਦੋਸਤੋ, ਹਰ ਲਿਹਾਜ਼ ਨਾਲ, ਕਿ ਕੀ ਸੱਚਮੁੱਚ ਜੇ ਕੋਈ ਖੇਤਰੀ ਪਾਰਟੀ ਆਪਣੇ ਮੂਲ ਸਰੂਪ ਵੱਲ ਆਉਂਦੀ ਹੈ ਤੇ ਉਹਦਾ ਖੈਰ ਮਕਦਮ ਕਰਨਾ ਚਾਹੀਦਾ, ਜਾਂ ਇਹਨੂੰ ਇੱਕ ਵਕਤੀ ਕਵਾਇਦ ਸਮਝ ਕੇ ਜਿਹੜੀ ਲੋੜ ਚੋਂ ਨਿਕਲੀ ਆ ਤੇ ਕੱਲ ਨੂੰ ਫੇਰ ਉਹ ਚਿਹਰੇ ਲੈ ਕੇ ਆਉਣਗੇ। ਸੋ ਦੱਸਿਓ ਮਨਪ੍ਰੀਤ ਜੀ, ਇਹ ਨਵੇਂ ਸਿਲਸਿਲੇ ਕਿਦਾਂ ਦੇ ਲੱਗੇ? ਰੰਧਾਵਾ ਜੀ, ਤੁਸੀਂ ਦੇਖੋ, ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ, ਉਹ ਆਪਣੀਆਂ ਪੁਰਾਣੀਆਂ ਕਦਰਾਂ ਕੀਮਤਾਂ ਵੱਲ ਦੁਬਾਰਾ ਵਾਪਸ ਜਾਣ ਦੀਆਂ ਤਿਆਰੀਆਂ ਕਰ ਰਿਹਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਪ੍ਰਕਾਸ਼ ਸਿੰਘ ਬਾਦਲ ਬਹੁਤ ਵੱਡਾ ਚਿਹਰਾ ਇਕੱਲੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਨਹੀਂ ਹੈ, ਸਰਪ੍ਰਸਤ ਨੇ ਉਹਨਾਂ ਦੇ, ਪੈਟਰਨ ਨੇ ਉਹਨਾਂ ਦੇ। ਉਹ ਪੰਜਾਬ ਦੇ ਵਿੱਚ 5 ਵਾਰੀ ਮੁੱਖ ਮੰਤਰੀ ਰਹੇ ਆ ਤੇ ਪੰਜਾਬ ਦੀ ਸਿਆਸਤ ਨੂੰ ਬਹੁਤ ਚੰਗੀ ਤਰ੍ਹਾਂ, ਪੂਰੇ ਭਾਰਤ ਦੀ ਸਿਆਸਤ ਨੂੰ ਬਹੁਤ ਚੰਗੀ ਤਰ੍ਹਾਂ ਉਹ ਸਮਝਦੇ ਨੇ। ਲੋੜ ਪੈ ਗਈ ਆ, ਹੁਣੇ ਉਹਨਾਂ ਦਾ 8 ਦਸੰਬਰ ਨੂੰ ਜਨਮ ਦਿਨ ਵੀ ਲੰਘਿਆ ਤੇ 14 ਦਸੰਬਰ ਨੂੰ ਉਹ ਬਹੁਤ ਭਾਰੀ ਰੈਲੀ ਵੀ ਕਰਨ ਜਾ ਰਹੇ ਆ ਕਿੱਲੀ ਚਾਲਾਂ ਦੇ ਵਿੱਚ। ਦੇਖੋ, ਗੱਲ ਇਹ ਆ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਚਾਹੇ ਰਣਜੀਤ ਸਿੰਘ ਬ੍ਰਹਮਪੁਰਾ ਹੋਣ, ਚਾਹੇ ਸੁਖਦੇਵ ਸਿੰਘ ਢੀਂਡਸਾ ਹੋਣ, ਚਾਹੇ ਮਨਜੀਤ ਸਿੰਘ ਜੀਕੇ ਹੋਣ, ਚਾਹੇ ਚਰਨਜੀਤ ਸਿੰਘ ਅਟਵਾਲ ਹੋਣ, ਚਾਹੇ ਕੈਪਟਨ ਬਾਠ ਹੋਣ, ਜਿੰਨੇ ਵੀ ਪੁਰਾਣੇ ਸਾਥੀ ਆ, ਜਾਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਨਾਂ ਜਿਹਨੇ ਅਸੀਂ ਲੈ ਨਹੀਂ ਸਕ ਰਹੇ, ਲੇਕਿਨ ਹੋ ਸਕਦਾ ਉਹ ਘਰੇ ਕਿਸੇ ਤਰ੍ਹਾਂ ਬੈਠ ਗਏ ਹੋਣ, ਇਨਐਕਟਿਵ ਹੋ ਗਏ ਹੋਣ, ਜਾਂ ਰੁੱਸ ਗਏ ਹੋਣ। ਉਹਨਾਂ ਨੂੰ ਮਨਾਉਣਾ ਬਹੁਤ ਲਾਜ਼ਮੀ ਹੈ। ਇਹ ਲੋੜ ਆ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਹਿਸੂਸ ਕੀਤੀ ਰਹੀ ਆ।
ਇਹ ਵੀ ਇੱਕ ਹੋਰ ਵੱਡੀ ਗੱਲ ਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਹੱਥ ਬਾਗਡੋਰ ਹੁੰਦੀ ਸੀ, ਬਹੁਤ ਸਾਰੇ ਇਸ ਤਰ੍ਹਾਂ ਦੇ ਇਲਜ਼ਾਮ ਜੋ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਲੱਗਦੇ ਆ, ਉਹ ਉਹਨਾਂ ਵੇਲੇ ਨਹੀਂ ਸੀ ਲੱਗਦੇ ਹੁੰਦੇ। ਹਾਲਾਂਕਿ ਬਹੁਤ ਹੋਰ ਸਾਰੇ ਇਲਜ਼ਾਮ ਲੱਗਦੇ ਰਹੇ ਹੋਣਗੇ। ਸੋ ਇਸ ਕਰਕੇ ਇਹਨਾਂ ਵਿਚਾਰਧਾਰਾ ਨੂੰ, ਆਪਣੀਆਂ ਕਦਰਾਂ ਕੀਮਤਾਂ ਨੂੰ ਵਾਪਸ ਲੈ ਕੇ ਆਉਣ ਦੀ ਲੋੜ ਉਹਨਾਂ ਨੂੰ ਮਹਿਸੂਸ ਹੋ ਰਹੀ ਆ। ਇਸੇ ਕਰਕੇ ਉਹ ਚਾਹੁੰਦੇ, ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਚੰਡੀਗੜ੍ਹ ਲੈਣਾ, ਦੂਸਰੇ ਪਾਸੇ ਪੰਜਾਬੀ ਸਪੀਕਿੰਗ ਏਰੀਆ ਜਿਹੜੇ ਪੰਜਾਬੀ ਬੋਲਦੇ ਆ ਉਹ ਇਲਾਕੇ ਅਸੀਂ ਲੈਣੇ ਆ, ਜਾਂ ਹੋਰ ਬਹੁਤ ਸਾਰੇ ਪਾਣੀਆਂ ਦੇ ਮਸਲੇ ਆ। ਦੇਖੋ, ਇਹ ਸ਼ੁਰੂ ਤੋਂ ਹੀ ਰਿਹਾ। ਲੇਕਿਨ ਦੂਸਰਾ ਇਹਦੇ ਵਿੱਚ ਪਹਿਲੂ ਇਹ ਵੀ ਆ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ 'ਚ ਹੁੰਦੀ ਸੀ ਤੇ ਇੱਥੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਹੁੰਦੀ ਸੀ, ਉਦੋਂ ਵੀ ਇਹ ਲੈਣ ਦੇ ਵਿੱਚ, ਇਹ ਆਪਣੇ ਮਸਲੇ ਹੱਲ ਕਰਾਉਣ ਦੇ ਵਿੱਚ ਨਾਕਾਮਯਾਬ ਰਹੇ ਆ। ਇਹਦੀ ਆਲੋਚਨਾ ਵੀ ਹੋਣੀ ਆ ਕਿ ਆਪਾਂ ਹਰ ਵਾਰੀ ਤਾਂ ਇਹ ਮੁੱਦੇ ਉਭਾਰ ਦਿੰਨੇ ਆ। ਹੁਣ ਤੁਸੀਂ ਦੇਖੋ, ਇਹੀ ਸਰਕਾਰ ਆਈ ਨੂੰ, ਭਾਜਪਾ ਦੀ ਸਰਕਾਰ ਸੰਨ 2014 ਚ ਆਉਂਦੀ ਆ। ਸੰਨ 2020 ਤੱਕ ਇਹ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਸੀ, ਉਹ ਕੋਈ ਦੂਰ ਨਹੀਂ ਸੀ ਭਾਜਪਾ ਤੋਂ। ਉਹ ਤਾਂ ਸੰਨ 2020 ਦੇ ਵਿੱਚ ਜਾ ਕੇ ਆਪਸ ਦੇ ਵਿੱਚ ਤੋੜਾ ਵਿਛੋੜਾ ਹੋਇਆ। ਉਸ ਤੋਂ ਪਹਿਲਾਂ ਤਾਂ ਨਾਲ ਸੀ, ਉਸ ਤੋਂ ਪਹਿਲਾਂ ਵਾਜਪਾਈ ਸਾਹਿਬ ਦਾ ਟਾਈਮ ਲੈ ਲਓ। ਜੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਕੇਂਦਰ ਸਰਕਾਰ ਦੀ ਇਹਨਾਂ ਦੀ ਆਪਣੀ ਕੇਂਦਰ ਸਰਕਾਰ ਦੇ ਵਿੱਚ ਇਹਨਾਂ ਦੀ ਭਾਈਵਾਲ ਹੋਣ ਇਹ, ਤੇ ਉਦੋਂ ਇਹ ਮਸਲੇ ਨਾ ਹੱਲ ਕਰਾ ਸਕਣ, ਤੇ ਫਿਰ ਆਲੋਚਨਾ ਹੋਣੀ ਬਣਦੀ ਆ। ਹੁਣ ਕਰ ਸਕਦੇ ਹੋ ਜੀ। ਮਨਪ੍ਰੀਤ ਜੀ, ਇੱਥੇ ਸਵਾਲ ਇੱਕ ਲੋਕ ਇਹ ਵੀ ਉਠਾਉਣਗੇ ਕਿ ਕਿਸਾਨਾਂ ਕੋਲ ਕਿਹੜੀ ਕੋਈ ਸਰਕਾਰ ਸੀ। ਸੁਖਬੀਰ ਬਾਦਲ ਤੇ ਕਹਿੰਦੇ ਨਾ ਕਿ 2022 ਦੇ ਵਿੱਚ ਅਸੀਂ ਆਉਂਦੇ ਆ ਤੇ ਆ ਸਾਡੀ ਪ੍ਰਮੁੱਖਤਾ ਹੋਊਗੀ, ਤਰਜੀਹ ਹੋਊਗੀ, ਆ ਮਾਮਲੇ ਅਸੀਂ ਸਾਹਮਣੇ ਲਿਆਵਾਂਗੇ। ਪਰ ਲੋਕ ਇਹ ਵੀ ਪੁੱਛਦੇ ਆ ਕਿ ਅੰਦੋਲਨਾਂ ਚੋਂ ਮੰਗਾਂ ਮੰਨੀਆਂ ਜਾਂਦੀਆਂ, ਇਹ ਦਬਾਅ ਚੋਂ ਮੰਗਾਂ ਮੰਨੀਆਂ ਜਾਂਦੀਆਂ, ਇਹਦੇ ਲਈ ਸਰਕਾਰਾਂ ਦੀ ਲੋੜ ਨਹੀਂ ਹੁੰਦੀ। ਜੇਕਰ ਸਰਕਾਰਾਂ ਹੀ ਸਭ ਹੱਲ ਕਰਾਉਂਦੀਆਂ ਹੁੰਦੀਆਂ ਤਾਂ ਕੈਪਟਨ ਅਮਰਿੰਦਰ ਸਿੰਘ ਖੇਤੀ ਕਾਨੂੰਨ ਮੋਦੀ ਤੋਂ ਵਾਪਸ ਨਾ ਕਰਾ ਲੈਂਦੇ। ਗੂੜੀ ਯਾਰੀ ਸੀ, ਉਹ ਯਾਰੀ ਦੇ ਵਿੱਚ ਉਹਨਾਂ ਦੀ ਕੁਰਸੀ ਵੀ ਚਲੇਗੀ। ਲੋਕ ਪੁੱਛਣਗੇ ਕਿ ਕੱਲ ਕਿਉਂ, ਅੱਜ ਕਿਉਂ ਨਹੀਂ। ਅੱਜ ਤੁਸੀਂ ਲਾਓ ਧਰਨਾ, ਅੱਜ ਕਿੱਲੀ ਚਾਲਾਂ ਦੇ ਵਿੱਚ 5 ਲੱਖ ਬੰਦਾ ਇਕੱਠਾ ਹੋਣਾ ਹੈ, ਜਿਹੜਾ ਦਾਵਾ ਹੈ ਅਕਾਲੀ ਦਲ ਦਾ, ਤੇ 5 ਲੱਖ ਇਕੱਠਾ ਬੰਦਾ ਕਰਕੇ ਚੰਡੀਗੜ੍ਹ 'ਚ ਬਿਠਾ ਲਓ, ਦਿੱਲੀ 'ਚ ਲੈ ਜਾਓ। ਗੱਲ ਤਾਂ ਕਿੱਲੀ ਚਾਲਾਂ ਨਾਲੋਂ ਹੋਰ 200 ਕਿਲੋਮੀਟਰ ਵੱਧ ਹੋ ਜਾਊਗਾ। ਫਰਕ ਤਾਂ ਇੰਨਾ ਕੀ ਆ ਕਿ ਜੇ ਅੰਦੋਲਨ ਕਰਨਾ ਹੈ ਤਾਂ ਜਾਓ ਚੰਡੀਗੜ੍ਹ ਲੈਣ ਲਈ, ਬਹਿ ਜਾਓ ਉੱਥੇ, ਫਿਰ ਬਹਿ ਜਾਓ, ਲਾਓ ਸਾਲ ਲਈ ਧਰਨਾ ਉੱਥੇ। ਫਿਰ ਲੋਕ ਕਹਿਣਗੇ ਲੜਦੇ ਨੇ, ਫਿਰ ਤੁਸੀਂ ਸੱਤਾ ਬੈਠੇ ਬਿਠਾਇਆ ਹਾਸਲ ਕਰ ਸਕਦੇ ਹੋ। ਫਿਰ ਤੁਹਾਨੂੰ ਪੰਜਾਬ ਦੇ ਵਿੱਚ ਪ੍ਰਚਾਰ ਲਈ ਨਹੀਂ ਆਉਣਾ ਪੈਣਾ। ਜੇ ਤੁਸੀਂ ਪੰਜਾਬ ਦੀਆਂ ਹੱਕੀ ਮੰਗਾਂ ਲਈ ਲੜਨਾ ਹੈ, ਕਿਉਂਕਿ ਦੌਰ ਬੀਤ ਚੁੱਕਿਆ ਉਹਨਾਂ ਦੇ ਵਿੱਚ, ਬਹੁਤ ਵਾਰੀ ਤੁਸੀਂ ਬਹੁਤ ਪਰਖਾਂ 'ਚ ਫੇਲ ਹੋਏ ਹੋ। ਇਹ ਗੱਲ ਲੋਕਾਂ ਪੁੱਛਣੀ ਹੈ ਕਿ ਜਦੋਂ ਜਿਵੇਂ ਤੁਸੀਂ ਦੱਸਿਆ ਮੌਕੇ ਗਵਾ ਲਏ, ਮੌਕੇ ਗਵਾਉਣ ਤੋਂ ਬਾਅਦ ਹੁਣ ਅੱਜ ਲੀਕ ਸੱਪ ਲੰਘ ਗਿਆ, ਲੀਕ ਪਿੱਟਣੀ ਹੈ। ਕੀ ਕਹਿੰਦੇ ਹੋ? ਕਿੱਲੀ ਚਾਲਾਂ ਦੇ ਵਿੱਚ ਇੱਕ ਬਹੁਤ ਵੱਡਾ ਸ਼ੋਅ ਹੋ ਰਿਹਾ 14 ਦਸੰਬਰ ਨੂੰ, ਜਿਹਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਮਾਇਆਵਤੀ ਔਰ ਮੇਰੇ ਖਿਆਲ ਆ ਕਿ ਕਿਹਾ ਤਾਂ ਜਿਹੜੇ ਹੈਗੇ ਆ ਚੌਟਾਲਾ ਸਾਹਿਬ ਲਈ ਗਿਆ, ਚੰਦਰ ਬਾਬੂ ਨਾਇਡੂ ਦੀ ਪੁਰਾਣੀ ਸਾਂਝ ਰਹੀ ਆ, ਕਿਤੇ ਮਮਤਾ ਬੈਨਰਜੀ ਨੂੰ ਆਵਾਜ਼ ਮਾਰ ਕੇ ਦੇਖ ਲੈਣ। 10-12 ਚਿਹਰੇ ਇਕੱਠੇ ਕਰਨ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਅਖੀਰ 'ਚ ਬੋਲਣਗੇ, ਪੰਡਾਲ ਤੇ ਉਦੋਂ ਤੱਕ ਕਾਫੀ ਖਾਲੀ ਹੋ ਗਿਆ ਹੁੰਦਾ, ਕਿਉਂਕਿ ਬਹੁਤ ਲੰਬੀਆਂ ਤਕਰੀਰਾਂ ਹੁੰਦੀਆਂ, ਫੈਡਰਲ ਢਾਂਚਾ ਵੀ ਯਾਦ ਆਉਣਾ ਹੈ। ਲੇਕਿਨ ਇੱਕ ਗੱਲ ਜ਼ਰੂਰ ਆ, ਬਾਦਲ ਸਾਹਿਬ ਦੇ ਵਿੱਚ ਪੂਰੀ ਜਾਨ ਫੂਕੀ ਜਾਊਗੀ। ਤੇ ਵੱਡੀ ਗੱਲ ਹੈ ਕਿ ਸੁਖਬੀਰ ਉਸ ਦਿਨ ਇਹ ਵੀ ਕਹਿ ਦੇਣ ਕਿ ਜੇ ਸਰਕਾਰ ਬਣਦੀ ਆ ਤੇ ਬਾਦਲ ਸਾਹਿਬ ਹੀ ਉਹਦਾ ਚਿਹਰਾ ਹੋਣਗੇ। ਇਹ ਧਿਆਨ ਮੰਗਣਯੋਗ ਆ, ਕਿਉਂਕਿ ਕੱਲ ਪਟਿਆਲੇ 'ਚ ਉਹਨਾਂ ਕਹਿ ਦਿੱਤਾ ਕਿ ਬਾਦਲ ਸਾਹਿਬ ਪ੍ਰਚਾਰ ਕਰਨਗੇ। ਕੀ ਕਹਿੰਦੇ ਰੰਧਾਵਾ ਜੀ? ਤੁਸੀਂ ਬੜੀ ਅਹਿਮ ਗੱਲ ਕਹੀ ਆ। ਜਿਹੜੇ BSP ਦੇ ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਨੇ ਮਾਇਆਵਤੀ, ਉਹ ਤਾਂ ਆ ਹੀ ਰਹੇ ਆ। ਚੰਦਰ ਬਾਬੂ ਨਾਇਡੂ ਦੀ ਤੁਸੀਂ ਗੱਲ ਕੀਤੀ ਆ, ਓਮ ਪ੍ਰਕਾਸ਼ ਚੌਟਾਲਾ ਦੀ ਗੱਲ ਕੀਤੀ ਹੈ, ਤੇ ਤੁਸੀਂ ਆਵਾਜ਼ ਮਾਰ ਮਮਤਾ ਬੈਨਰਜੀ ਦੀ ਵੀ ਗੱਲ ਕੀਤੀ ਆ। ਦਰਅਸਲ ਹੋਇਆ ਕੀ ਹੈ ਕਿ ਸਮੀਕਰਨ ਬਦਲ ਗਏ ਆ। ਇਹ ਸ਼੍ਰੋਮਣੀ ਅਕਾਲੀ ਦਲ ਜਦੋਂ ਕਾਂਗਰਸ ਕੇਂਦਰ ਦੇ ਵਿੱਚ ਹੁੰਦੀ ਸੀ, ਉਦੋਂ ਤਾਂ ਬੜਾ ਅੱਗੇ ਵੱਧ ਕੇ ਲੜਦਾ ਸੀ, ਬੜਾ ਤਾਕਤ ਨਾਲ ਲੜਦਾ ਸੀ। ਲੇਕਿਨ ਜਦੋਂ ਆਪਣੀ ਸਰਕਾਰ ਯਾਨੀ ਕਿ ਭਾਜਪਾ ਆ ਜਾਂਦੀ ਸੀ, ਉਦੋਂ ਕਿਤੇ ਨਾ ਕਿਤੇ ਮੱਠਾ ਪੈ ਜਾਂਦਾ ਸੀ। ਸਮੀਕਰਨ ਇਸ ਕਰਕੇ ਬਦਲ ਗਏ ਆ ਕਿਉਂਕਿ ਇਸ ਟਾਈਮ ਕਾਂਗਰਸ ਜਿਹੜੀ ਆ ਉਹ ਵਿਰੋਧੀ ਪਾਰਟੀਆਂ 'ਚ ਆ ਗਈ ਆ। ਉਹਦੇ ਨਾਲ ਚਾਹੇ DMK ਹੋਵੇ, ਉਹਦੇ ਨਾਲ ਚਾਹੇ ਸ਼ਿਵ ਸੈਨਾ ਹੋਵੇ, ਚਾਹੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਹੋਵੇ। ਹਾਲਾਂਕਿ ਉਹਨਾਂ ਦਾ ਸਮਾਜਵਾਦੀ ਪਾਰਟੀ ਦੇ ਨਾਲ ਜਿਹੜਾ ਗੱਠਜੋੜ ਨਹੀਂ ਹੋ ਸਕਿਆ, ਲੇਕਿਨ ਸਮੀਕਰਨ ਬਦਲ ਗਏ ਆ। ਹੁਣ ਕੇਂਦਰ ਦੇ ਖਿਲਾਫ ਉਹਨਾਂ ਮੁਖਰ ਹੋ ਕੇ ਜਾਂ ਉਨੀ ਤਾਕਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨਹੀਂ ਬੋਲਦੀ। ਲੇਕਿਨ ਹੁਣ ਜਿਹੜੀ ਗੱਲ ਆਉਂਦੀ ਆ ਕਿ ਕਿੱਲੀ ਚਾਲਾਂ ਦੇ ਵਿੱਚ ਜਿਹੜੀ ਰੈਲੀ ਹੋ ਰਹੀ ਆ, ਕੀ ਉਸ ਦਿਨ ਪ੍ਰਕਾਸ਼ ਸਿੰਘ ਬਾਦਲ ਨੂੰ ਵਾਕਿਆ ਇਹ ਐਲਾਨ ਕਰ ਦਿੱਤਾ ਜਾਊਗਾ ਕਿ ਇਹੀ ਮੁੱਖ ਮੰਤਰੀ ਹੋਣਗੇ? ਇਹ ਤਾਂ ਖੈਰ ਆਉਣ ਵਾਲਾ ਸਮਾਂ ਦੱਸੂਗਾ। ਲੇਕਿਨ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਹ ਸਾਰੇ ਮਸਲੇ ਆ ਜਿਹੜੇ ਉਹ ਦੁਬਾਰਾ ਉਭਾਰ ਕੇ, ਤੇ ਜਿਹੜੀਆਂ ਕਦਰਾਂ ਕੀਮਤਾਂ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਜਿਹੜੇ ਮਸਲਿਆਂ ਦੀ ਪਹਿਲਾਂ ਵੀ ਗੱਲ ਕੀਤੀ ਹੈ, ਜਿਹੜੇ ਨਹੀਂ ਹੱਲ ਹੋਏ ਉਹਨਾਂ ਨੂੰ ਦੁਬਾਰਾ ਲਿਆ ਕੇ ਇਹ ਉਸੇ ਤਰ੍ਹਾਂ, ਔਰ ਜਿਹੜੇ ਪੁਰਾਣੇ ਸਾਥੀ ਆ
ਉਹ ਕਿਸੇ ਨਾ ਕਿਸੇ ਕਾਰਨਾਂ ਕਰਕੇ ਜਿਹੜੇ ਵਿਛੜ ਗਏ ਸੀ ਜਾਂ ਦੂਰ ਚਲੇ ਗਏ ਸੀ, ਉਹਨਾਂ ਨੂੰ ਵਾਪਸ ਬੁਲਾ ਕੇ ਸ਼੍ਰੋਮਣੀ ਅਕਾਲੀ ਦਲ ਇੱਕ ਨਵੀਂ ਤਾਕਤ ਨਾਲ ਪੰਜਾਬ ਦੇ ਵਿੱਚ ਹੱਲਾ ਬੋਲਣਾ ਚਾਹੁੰਦਾ ਆਉਣ ਵਾਲੀਆਂ ਚੋਣਾਂ ਦੇ ਵਿੱਚ। ਦੇਖਦੇ ਹਾਂ, ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ ਕਿ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਕਾਮਯਾਬ ਹੁੰਦਾ। ਜੀ ਰੰਧਾਵਾ ਜੀ। ਦੇਖੋ, ਹਾਥੀ ਦੇ ਦੰਦ ਖਾਣ ਦੇ ਹੋਰ, ਵਿਖਾਉਣ ਦੇ ਹੋਰ। ਜੇ ਇਸ ਤਰ੍ਹਾਂ ਦੀ ਕਵਾਇਦ ਹੋਊਗੀ ਤਾਂ ਲੋਕਾਂ ਨੇ ਛੇਤੀ ਪਛਾਣ ਲੈਣਾ। ਤੇ ਜੇ ਰੂਹ ਤੋਂ ਕੋਈ ਗੱਲ ਆਊਗੀ ਵੀ ਸੱਚੀਓ ਹੁਣ ਜੜ੍ਹਾਂ ਵੱਲ ਮੁੜਨਾ ਹੈ ਜਾਂ ਮੁਲਾਂਕਣ ਦਾ ਸਮਾਂ ਸੀ ਤੇ ਇਹ ਸਮਝਿਆ ਗਿਆ ਕਿ ਜੜ੍ਹਾਂ ਛੱਡ ਆਏ ਆ ਇਸ ਕਰਕੇ ਹਿਲਦੇ ਫਿਰਦੇ ਆ, ਤਾਂ ਫਿਰ ਇਹ ਚੰਗੀ ਗੱਲ ਆ ਪੰਜਾਬ ਲਈ ਕਿ ਇੱਥੋਂ ਦੇ ਹੱਕਾਂ ਹਿੱਤਾਂ ਲਈ ਲੜਨ ਲਈ ਖੜੇ ਹੋਵੋ। ਪਹਿਲਾਂ ਆਪਣੇ ਇਰਾਦੇ ਸਾਫ਼ ਕਰੋ, ਲੋਕ ਭਰੋਸਾ ਕਰਨ ਯੋਗ ਬਣਾ ਲਓ ਆਪਣੇ ਆਪ ਨੂੰ, ਫਿਰ ਅੱਗੇ ਗੱਲ ਤੋਰਨੀ ਚੰਗੀ ਰਹੂਗੀ। ਲੇਕਿਨ ਸਾਨੂੰ ਹਰ ਗੱਲ ਨੂੰ ਨੈਗੇਟਿਵ ਨਾ ਲੈ ਕੇ ਆਸ ਤਾਂ ਰੱਖਣੀ ਚਾਹੀਦੀ ਹੈ ਕਿ ਜੇ ਬਦਲਣ ਦੀ ਕੋਈ ਕੋਸ਼ਿਸ਼ ਕਰਿਆ ਤੇ ਦੇਖਣਾ ਚਾਹੀਦਾ ਉਹਨੂੰ ਕਿ ਬਦਲ ਵੀ ਸਕਦਾ ਕਿ ਨਹੀਂ। ਲੇਕਿਨ ਜਿਹੜਾ ਪੰਜਾਬ ਦੇ ਵਿੱਚ ਤਹਿਸੀਲਾਂ ਸੁਣਨੀਆਂ ਪਈਆਂ, ਇਹ ਘਰੌਲਾ ਜਿਹਾ ਪਈ ਜਾਂਦਾ ਅਖੇ ਜੀ, ਰੋਜ਼ ਕਰੋੜਾਂ ਰੁਪਏ ਦਾ ਸਰਕਾਰ ਦੇ ਖਜ਼ਾਨੇ 'ਚ ਘਾਟਾ ਪੈ ਰਿਹਾ। ਮਾਲ ਅਫਸਰਾਂ ਦੀ ਹੜਤਾਲ ਆ, ਤਹਿਸੀਲਦਾਰ ਹੜਤਾਲ ਤੇ ਨੇ, ਸਾਰਾ ਕੰਮ ਠੱਪ ਹੋ ਗਿਆ। ਲੇਕਿਨ ਇਹਦੇ 'ਚ ਬਹੁਤ ਅਹਿਮ ਸਵਾਲ ਆ ਕਿ ਹੜਤਾਲ ਕਿਸ ਕੰਮ ਲਈ ਹੈ। ਦੂਜੀ ਗੱਲ ਇਹ ਆ ਕਿ ਸਭ ਤੋਂ ਕਮਾਊ ਮਹਿਕਮਿਆਂ ਦੇ ਵਿੱਚ ਰੈਵਨਿਊ ਆਉਂਦਾ ਹੈ। ਸਭ ਤੋਂ ਅਹਿਮ ਸਵਾਲ ਆ ਕਿ ਤਹਿਸੀਲਾਂ ਦੇ ਵਿੱਚ ਆਮ ਬੰਦੇ ਨੂੰ ਬਹੁਤ ਕੰਮ ਪੈਂਦੇ ਆ, ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਹਰ ਦਿਨ ਉੱਥੇ ਲੋਕ ਵੱਡੇ ਤੋਂ ਵੱਡੇ ਵੀ ਖਲੋਤੇ ਹੁੰਦੇ ਆ ਜਾ ਕੇ ਫੋਟੋ ਖਿਚਾਉਣ ਲਈ, ਔਰ ਉਹ ਬੜਾ ਗਹਿਮਾ ਗਹਿਮੀ ਵਾਲਾ ਮਾਹੌਲ ਹੁੰਦਾ ਹੈ। ਉੱਥੇ ਸੁੰਨ ਪਸਰੀ ਹੋਣ ਦੇ ਕਈ ਅਰਥ ਆ। ਲੇਕਿਨ ਆਖਰ ਇੰਨਾ ਅਹਿਮ ਮੰਤਰਾਲਾ, ਇੰਨੇ ਅਹਿਮ ਜਗ੍ਹਾ ਦੇ ਉੱਤੇ ਕਰਪਸ਼ਨ ਦੀ ਗੱਲ ਬਾਰ-ਬਾਰ ਹੋਣੀ ਤੇ ਕਰਪਸ਼ਨ ਦੇ ਕੇਸ ਦੇ ਵਿੱਚ ਕਿਸੇ ਦੇ ਫੰਡ ਤੋਂ ਬਾਅਦ ਉਹਦੇ ਸਭ ਕੁਝ ਠੱਪ ਕਰ ਦੇਣਾ ਤੇ ਪ੍ਰੈਸ਼ਰ ਕ੍ਰੀਏਟ ਐ ਹੁੰਦਾ ਹੈ। ਖਬਰਾਂ ਵੀ ਬਹੁਤ ਲੱਗ ਜਾਂਦੀਆਂ, ਖਬਰਾਂ ਲਵਾਉਣ ਵਾਲੇ ਖਬਰਾਂ ਲਵਾਉਣਾ ਜਾਣਦੇ ਆ, ਪਰ ਪੰਜਾਬ ਦੇ ਇਸ ਮਸਲੇ ਨੂੰ ਕੋਈ ਐਡਰੈਸ ਨਹੀਂ ਕਰ ਸਕਿਆ ਕਿ ਤਹਿਸੀਲਾਂ 'ਚ ਹੁੰਦੀ ਕਰਪਸ਼ਨ ਨੂੰ ਨੱਥ ਕਿਵੇਂ ਪਾਈ ਜਾਵੇ। ਜੀ ਰੰਧਾਵਾ ਜੀ, ਤੁਸੀਂ ਦੇਖੋ, ਅਮੂਮਨ ਇਹ ਕਿਹਾ ਜਾਂਦਾ ਕਿ ਇਹਨਾਂ ਤਹਿਸੀਲਾਂ ਦੇ ਵਿੱਚ, ਪੰਜਾਬ ਦੇ ਤਹਿਸੀਲਾਂ ਵਿੱਚ ਲਗਭਗ 2000 ਤੋਂ ਲੈ ਕੇ 2100 ਤੱਕ ਰੋਜ਼ ਰਜਿਸਟਰੀਆਂ ਹੁੰਦੀਆਂ ਤੇ ਪੰਜਾਬ ਨੂੰ ਲਗਭਗ 10 ਤੋਂ 12 ਕਰੋੜ ਦਾ ਮਾਲੀਆ ਰੋਜ਼ ਆਉਂਦਾ, ਰੈਵਨਿਊ ਰੋਜ਼ ਆਉਂਦਾ। ਲੇਕਿਨ ਇਹਨਾਂ ਤਹਿਸੀਲਾਂ ਦੇ ਵਿੱਚ ਜਿਹੜੀ ਕਰਪਸ਼ਨ ਆ, ਉਹ ਆਪਾਂ ਸਾਰਿਆਂ ਨੂੰ ਪਤਾ, ਅੱਤ ਦੀ ਕਰਪਸ਼ਨ ਆ। ਕੋਈ ਕੰਮ ਤੁਹਾਡਾ ਉਹਨਾਂ ਤਹਿਸੀਲਾਂ ਦੇ ਵਿੱਚ ਜਾ ਕੇ ਨਹੀਂ ਹੁੰਦਾ। ਤੇ ਜਦੋਂ ਕਿਸੇ ਰੈਵਨਿਊ ਆਫੀਸਰ ਨੂੰ, ਮੰਨ ਲਓ ਹੁਣ ਸੰਦੀਪ ਕੁਮਾਰ ਆ, ਜਿਨ੍ਹਾਂ ਨੂੰ ਵਿਜੀਲੈਂਸ ਨੇ ਜਿਨ੍ਹਾਂ ਤੇ ਕੇਸ ਕੀਤਾ, ਉਸ ਦੇ ਖਿਲਾਫ ਇਹ ਸਾਰੇ ਜਿਹੜੇ ਮਾਲੀਆ ਮਹਿਕਮੇ ਦੇ, ਰੈਵਨਿਊ ਮਹਿਕਮੇ ਦੇ ਅਫਸਰ ਇਕੱਠੇ ਹੋ ਕੇ ਤੇ ਇਹਨਾਂ ਨੇ ਹੜਤਾਲ ਕਰ ਦਿੱਤੀ ਕਿ ਅਸੀਂ ਕੰਮ ਤੇ ਨਹੀਂ ਜਾਣਾ। ਇਹ ਦੇਖੋ, ਇੱਕ ਤਰ੍ਹਾਂ ਦਾ ਮੈਨੂੰ ਲੱਗਦਾ, ਜਾਂ ਤਾਂ ਤੁਸੀਂ ਵਿਜੀਲੈਂਸ ਬਿਊਰੋ ਤੇ ਭਰੋਸਾ ਕਰੋ, ਉਹਨਾਂ ਦੀ ਜਾਂਚ ਤੇ ਭਰੋਸਾ ਕਰੋ। ਜੇ ਤੁਹਾਨੂੰ ਨਹੀਂ ਭਰੋਸਾ ਤੇ ਘੱਟੋ ਘੱਟ ਅਦਾਲਤ ਦੇ ਵਿੱਚ ਜਾ ਕੇ ਕੋਈ ਪ੍ਰਕਿਰਿਆ ਤਾਂ ਹੋਣੀ ਚਾਹੀਦੀ ਆ। ਸੰਨ 2018 ਦੇ ਵਿੱਚ ਇਸੇ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਕੁਲਦੀਪ ਸਿੰਘ ਤਹਿਸੀਲਦਾਰ ਸੀ, ਉਦੋਂ ਉਹਨਾਂ ਨੂੰ ਫੜ ਲਿਆ ਸੀ, ਉਦੋਂ ਵੀ ਇਹ ਸਾਰੇ ਮਹਿਕਮਾ ਜਿਹੜਾ ਸੀ ਉਹ ਹੜਤਾਲ ਤੇ ਚਲਾ ਗਿਆ। ਸੰਨ 2008 ਦੇ ਵਿੱਚ ਅਰਵਿੰਦ ਪ੍ਰਕਾਸ਼ ਵਰਮਾ ਨਾਮ ਦੇ ਤਹਿਸੀਲਦਾਰ ਸੀ, ਉਦੋਂ ਵੀ ਇਹ ਸਾਰਾ ਮਹਿਕਮਾ, ਬਾਅਦ ਦੇ ਵਿੱਚ ਖੈਰ ਉਹਨਾਂ ਦਾ ਇਕਵਿਟਲ ਹੋ ਗਿਆ ਕਿਉਂਕਿ ਬਹੁਤ ਸਾਰੇ ਗਵਾਹ ਸੀ ਜਿਹੜੇ ਉਹ ਜਾ ਕੇ ਅਦਾਲਤਾਂ ਦੇ ਵਿੱਚ ਮੁੱਕਰ ਗਏ। ਇਸ ਕਰਕੇ ਵਿਜੀਲੈਂਸ ਬਿਊਰੋ ਜਿਹੜਾ ਆਪਣਾ ਕੇਸ ਸਟਰੋਂਗ ਨਹੀਂ ਬਣਾ ਸਕਿਆ। ਲੇਕਿਨ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਤਹਿਸੀਲਾਂ ਦੇ ਵਿੱਚ ਬਹੁਤ ਰੱਜ ਕੇ ਜਿਹੜੀ ਆ ਉਹ ਕਰਪਸ਼ਨ ਹੁੰਦੀ ਹੈ। ਕੋਈ ਵੀ ਵਿਅਕਤੀ ਬਗੈਰ ਪੈਸੇ ਦਿੱਤੇ ਔਰ ਰੰਧਾਵਾ ਸਾਹਿਬ, ਹੁੰਦੀ ਵੀ ਵਿਧੀਵਤਾ, ਮਤਲਬ ਕਰਪਸ਼ਨ ਵਰਗੀ ਕੋਈ ਗੱਲ ਹੀ ਨਹੀਂ ਗੀ। ਕੋਈ ਰੌਲਾ ਨਹੀਂ, ਕੋਈ ਕੁਝ ਨਹੀਂ, ਇੱਕ ਸਿਸਟਮ ਬਣਿਆ, ਤੁਸੀਂ ਜਾਣਦੇ ਹੋ, ਚੁੱਪ ਚਪੀਤੇ ਹਰ ਚੀਜ਼ ਹੋ ਰਹੀ ਆ। ਔਰ ਪੰਜਾਬ ਦੀ ਜਿਹੜੀ ਸਰਕਾਰੀ ਖਜ਼ਾਨੇ ਦੇ ਵਿੱਚ ਇੰਨਾ ਕੁ ਜ਼ਿਆਦਾ ਚੂਨਾ ਲੱਗਦਾ ਹੈ, ਜਿਹੜੀ ਰਜਿਸਟਰੀ ਪ੍ਰੈਕਟੀਕਲੀ 50 ਲੱਖ ਦੀ ਹੋ ਰਹੀ ਆ, ਉਹ ਦਿਖਾਈ 10 ਲੱਖ ਦੀ ਜਾ ਰਹੀ ਆ। ਉਹਦੇ ਵਿਚਲੇ ਗੈਪ ਕਿੰਨੇ ਆ? ਉਹਦੇ ਵਿੱਚ 2 3 4 ਹਜ਼ਾਰ ਤੱਕ ਦੇ ਖਰਚੇ ਜਿਹੜੇ ਆ ਉਹ ਇੱਕ ਸਾਈਡ ਤੇ ਰੱਖ ਲਏ ਜਾਂਦੇ ਆ। ਕਿਹਨੂੰ ਨਹੀਂ ਪਤਾ ਡੀਸੀ ਰੇਟ ਨਿਰਧਾਰਿਤ ਕਰਨ ਲੱਗਿਆ ਉਹਦੇ ਵਿੱਚ ਕਈ ਚੀਜ਼ਾਂ ਦੇਖੀਆਂ ਜਾਂਦੀਆਂ ਨੇ, ਔਰ ਉਹਦਾ ਰਿਵਿਊ ਹੋਣਾ ਚਾਹੀਦਾ ਮੈਨੂੰ ਲੱਗਦਾ ਹਰ 3 ਮਹੀਨੇ 6 ਮਹੀਨੇ ਸਾਲ ਬਾਅਦ। ਲੇਕਿਨ ਸਵਾਲ ਸਭ ਤੋਂ ਵੱਡਾ ਹੈ ਕਿ ਸਾਰਿਆਂ ਨੂੰ ਅਸੀਂ ਕਰਪਟ ਨਹੀਂ ਕਹਿੰਦੇ, ਅਸੀਂ ਹਰੇਕ ਨੂੰ ਇੱਕ ਲਾਈਨ 'ਚ ਨਹੀਂ ਰੱਖਦੇ, ਚੰਗੇ ਲੋਕਾਂ ਦੀ ਕੋਈ ਕਮੀ ਨਹੀਂ। ਪਰ ਮੈਂ ਕਹਿਣਾ ਹੈ ਕਿ ਜਿਹੜੇ ਸਾਡੇ ਤੇ ਇਸ ਮਾਮਲੇ 'ਚ ਉਂਗਲੀ ਉਠਾਉਣਗੇ ਕਿ ਤੁਸੀਂ ਇਹ ਗੱਲ ਕਿਉਂ ਕਰਦੇ ਹੋ, ਜੇਕਰ ਕੋਈ ਸਰਕਾਰ ਵਿਲ ਪਾਵਰ ਦਿਖਾਵੇ ਤੇ ਇੱਕ ਵਾਢਿਓ ਹੀ ਇਸ ਮਹਿਕਮੇ ਨਾਲ ਸੰਬੰਧਿਤ ਸਾਰੀ ਜਾਂਚ ਕਰਾ ਦੇ, ਪਤਾ ਲੱਗੇ ਕਿ ਕੌਣ ਕਿੱਡੇ ਅਹੁਦੇ ਤੇ ਕਿੰਨੀ ਕੁ ਜ਼ਮੀਨ ਜਾਇਦਾਦ ਜਾਂ ਬਾਕੀ ਪ੍ਰਾਪਰਟੀ ਦਾ ਮਾਲਕ ਆ, ਇੱਕ ਵਾਰੀ ਜਾਂਚ ਕਰਾ ਕੇ ਦੇਖ ਲਓ ਸਾਰੀ। ਜੀ ਭਾਜੀ, ਮੈਨੂੰ ਇੱਕ ਕਿੱਸਾ ਯਾਦ ਆ ਗਿਆ। ਮੁਕੇਸ਼ ਕੁਮਾਰ ਇਹਨਾਂ ਦੇ ਮਹਿਕਮੇ ਦੇ ਹੁੰਦੇ ਸੀ, ਬੜੇ ਓਨੈਸਟ ਅਫਸਰ ਮੰਨੇ ਜਾਂਦੇ ਸੀ। ਪ੍ਰਕਾਸ਼ ਸਿੰਘ ਬਾਦਲ ਇੱਕ ਵਾਰੀ ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਬੜਾ ਸਨਮਾਨ ਕੀਤਾ, ਲੇਕਿਨ ਅੱਜ ਮੈਨੂੰ ਨਹੀਂ ਪਤਾ ਉਹ ਕਿੱਥੇ ਪੋਸਟਡ ਆ। ਯਾਨੀ ਕਿ ਜਿਹੜੀ ਤੁਸੀਂ ਗੱਲ ਕਹੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਚੰਗੇ ਅਫਸਰ, ਇਮਾਨਦਾਰ ਅਫਸਰ ਵੀ ਹੁੰਦੇ ਆ, ਲੇਕਿਨ ਉਹਨਾਂ ਨੂੰ ਮੌਕੇ ਦੇ ਵਿੱਚ ਜਾਂ ਉਹਨਾਂ ਨੂੰ ਜਿਹੜੀਆਂ ਚੰਗੀਆਂ ਤਬਦੀਲੀਆਂ ਜਾਂ ਟਰਾਂਸਫਰਾਂ ਜਾਂ ਪੋਸਟਿੰਗਸ ਮਿਲਦੀਆਂ ਹੀ ਨਹੀਂ। ਸੋ ਇਹ ਵੀ ਇੱਕ ਪਹਿਲੂ ਆ ਇਸ ਚੀਜ਼ ਦਾ। ਜੀ
ਗਾਂ ਇਲੈਕਸ਼ਨ ਆ ਰਹੀ ਆ, ਕੋਸ਼ਿਸ਼ ਕਰਾਂਗੇ ਅਗਲੇ ਦਿਨਾਂ 'ਚ ਸਾਡੇ ਵੀ ਰੈਵਨਿਊ 'ਚ ਬਹੁਤ ਦੋਸਤ ਮਿੱਤਰ ਆ, ਕਿਸੇ ਨੂੰ ਪੁੱਛਾਂਗੇ ਕਿ ਇਹ ਪ੍ਰਤੀਸ਼ਤਤਾ ਕਿਵੇਂ ਹੁੰਦੀ ਹੈ। ਜਿਹੜੇ ਇੱਕ ਆਮ ਬੰਦਾ ਜਿਹੜਾ ਕਹਿੰਦਾ ਜੀ ਨੰਬਰ ਲੱਗ ਗਿਆ, ਥੱਲਿਓਂ ਪੁੱਛ ਹੀ ਲੈਂਦੇ ਪਹਿਲਾਂ ਵੀ ਰਜਿਸਟਰੀ, ਅੱਛਾ ਤਾਂ ਹੀ ਉਹ ਸਹਿਮਤੀ 'ਚ ਹੋ ਗਿਆ ਜੀ, ਹੋ ਗਿਆ, ਫਾਈਲ ਦੇਖ ਕੇ ਹਾਂਜੀ ਜੀ 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 ਜੀ। ਉਹ ਹੁਣ ਜੀ 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 ਦੇ ਵਿੱਚ ਕਿੱਥੇ ਕਿੱਥੇ ਕੀ ਕੀ ਪਿਆ, ਜੇ ਤੁਹਾਡੇ ਕੋਲ ਜਾਣਕਾਰੀ ਹੋਈ ਦੋਸਤੋ ਸਾਨੂੰ ਜ਼ਰੂਰ ਦੱਸਿਓ ਕਿ ਇਹਦੇ ਵਿੱਚ ਕਿੱਥੇ ਕਿੱਥੇ ਕਿੰਨਾ 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 ਹਿੱਸਾ ਜਾਂਦਾ ਹੈ। ਮਾਫੀ ਚਾਹੁੰਦੇ ਆ, ਸਾਡੀ ਵੀ ਜਾਂਚ ਕਰਾ ਲਓ, ਸਾਰਿਆਂ ਦੀ ਕਰਾ ਲਓ। ਬਣਦਾ ਇਹ ਆ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਜਿੰਨਾ ਚਿਰ ਇੱਕ ਆਮ ਬੰਦਾ ਲੱਕ ਨਹੀਂ ਬਣੂਗਾ, ਉਹਨਾਂ ਚਿਰ ਤੁਸੀਂ ਸਿਖਰਲੇ ਪੋਲੀਟੀਸ਼ੀਅਨ ਨੂੰ ਇਲਜ਼ਾਮ ਨਹੀਂ ਦੇ ਸਕਦੇ ਵੀ ਕੈਪਟਨ ਬੜਾ ਮਾੜਾ ਸੀ, ਬਾਦਲ ਬੜੇ ਮਾੜੇ ਸੀ, ਹੁਣ ਚੰਨੀ ਸਾਹਿਬ ਬੜੇ ਮਾੜੇ ਆ। ਸਵਾਲ ਤੇ ਹੈ ਕਿ ਅਸੀਂ ਜਦੋਂ ਅਸੀਂ ਕਰਪਸ਼ਨ ਦਾ ਹਿੱਸਾ ਬਣਦੇ ਆ ਜਾਂ ਬਣਾ ਲਏ ਜਾਂਦੇ ਆ, ਉਦੋਂ ਅਸੀਂ ਰਿਵੋਲਟ ਕਿਉਂ ਨਹੀਂ ਕਰਦੇ? ਉਦੋਂ ਅਸੀਂ 5-7 ਹਜ਼ਾਰ ਬਚਾਉਂਦੇ ਆ ਤੇ 2-3 ਹਜ਼ਾਰ ਕਿਸੇ ਦੀ ਜੇਬ 'ਚ ਜਾਂਦਾ ਤੇ 10-12 ਹਜ਼ਾਰ ਸਰਕਾਰ ਨੂੰ ਚੂਨਾ ਲੱਗ ਜਾਂਦਾ। ਵੱਡੀਆਂ ਮਨਪ੍ਰੀਤ ਜੀ, ਵੱਡੀਆਂ ਡੀਲਾਂ 'ਚ ਤਾਂ ਕਰੋੜਾਂ ਹੁੰਦੇ ਆ, ਛੱਡ ਦਿੰਦੇ ਆ, ਕਾਹਤੋਂ ਪੰਗਾ ਲੈਣਾ, ਬੜੇ ਵੱਡੇ ਲੋਕ ਆ, ਐਵੇਂ ਕਿਤੇ ਹੱਡੀ ਹੁੱਡੀ ਤੜਵਾ ਦੇਣਗੇ ਸਾਡੀ, ਛੱਡ ਦਈਏ ਜੀ, ਰਹਿਣ ਦਿੰਦੇ ਆ। ਜਿਉਂਦੇ ਰਹਿਣ ਦਾ ਚਾਅ ਤਾਂ ਰਹਿੰਦਾ ਹੀ ਆ, ਪਰ ਖੈਰ ਮੈਨੂੰ ਇਹ ਗੱਲ ਲੱਗਦੀ ਆ ਕਿ ਜਿਹਦੇ ਮਨ ਨੂੰ ਤਕਲੀਫ ਹੋਈ ਹੋਵੇ, ਓਨੈਸਟ ਹੋਵੇ, ਇਹਨਾਂ ਮਹਿਕਮਿਆਂ 'ਚ ਹੋਵੇ, ਉਹਦੇ ਕੋਲ ਹੱਥ ਜੋੜ ਕੇ ਮਾਫੀ। ਸਾਡੇ ਡਰ ਸਾਡੇ ਆਪਣੀ ਜਗ੍ਹਾ ਨੇ, ਕਿਉਂਕਿ ਸਾਡੀਆਂ ਪੀੜ੍ਹੀਆਂ ਨੇ ਇੱਥੇ ਵਸਣਾ ਹੈ, ਤੇ ਬਾਕੀ ਡਰ ਹਰੇਕ ਨੂੰ ਹੀ ਆ। ਹਰ ਕੋਈ ਮਹਿਫਲ ਦੇ ਵਿੱਚ, ਹਰ ਕੋਈ ਚਾਹ ਦੇ ਕੱਪ ਤੇ ਇਹ ਚਾਹ ਰਿਹਾ ਕਿ ਸਿਸਟਮ ਦਰੁਸਤ ਹੋ ਜੇ, ਪਰ ਸ਼ੁਰੂਆਤ ਕਿੱਥੋਂ ਕਰਨੀ ਹੈ ਕਿਸੇ ਨੂੰ ਸਮਝ ਨਹੀਂ ਆ ਰਹੀ। ਚੋਣਾਂ ਆ ਰਹੀਆਂ, ਦੇਖ ਲਿਓ, ਜੇ ਕਰਨੀ ਹੋਈ ਤਾਂ ਕਰਿਓ, ਚੰਗਾ ਬੰਦਾ ਚੁਣ ਲਿਓ, ਕਾਫੀ ਚੀਜ਼ਾਂ ਹੱਲ ਹੋ ਜਾਂਦੀਆਂ। ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਰੰਧਾਵਾ ਜੀ। ਹਾਂ, ਆਪਣਾ ਉਹ ਕੋਰਟ ਵਾਲਾ ਰਹਿ ਗਿਆ, 1 ਮਿੰਟ ਦੇ ਵਿੱਚ ਫਾਈਨਲ ਕਰ ਦਿਓ, ਜਿਹੜਾ ਤੁਸੀਂ ਮੈਨੂੰ ਕਿਹਾ ਸੀ ਵੀ ਇਹ ਮਾਮਲਾ ਬੜਾ ਅਹਿਮ ਆ ਜੀ। ਮੈਂ ਰੰਧਾਵਾ ਜੀ, ਕੱਲ ਆਪਾਂ ਇੱਕ ਡਿਸਕਸ ਕੀਤਾ ਸੀ ਕਿ ਕਿਸ ਤਰ੍ਹਾਂ ਗੁਜਰਾਤ ਦੇ ਵਿੱਚ ਨਾਨ ਵੈਜੀਟੇਰੀਅਨ ਫੂਡ ਕੁਝ ਸ਼ਹਿਰਾਂ ਦੇ ਵਿੱਚ ਬੈਨ ਕਰ ਦਿੱਤਾ ਗਿਆ ਉੱਥੋਂ ਦੀ ਕਾਰਪੋਰੇਸ਼ਨ ਵੱਲੋਂ। ਰਾਜਕੋਟ ਹੋਵੇ, ਅਹਿਮਦਾਬਾਦ ਹੋਵੇ, ਭਾਵਨਗਰ ਹੋਵੇ, ਵਡੋਦਰਾ ਹੋਵੇ, ਗੁਜਰਾਤ ਹਾਈ ਕੋਰਟ ਦਾ ਇੱਕ ਬੜਾ ਅਹਿਮ ਫੈਸਲਾ ਆਇਆ। ਉੱਥੋਂ ਦੇ ਬਰੇਨ ਵੈਸ਼ਨਵ ਨੇ, ਇਹ ਜੱਜ, ਉਹਨਾਂ ਨੇ ਕਿਹਾ ਕਿ ਇੱਧਰ ਆਓ। ਉਹਨਾਂ ਨੇ ਸਾਰੇ ਸਮਨ ਕਰ ਲਏ। ਉਹ ਕਹਿੰਦੇ ਕਮਿਸ਼ਨਰ ਮੇਰੇ ਅੱਗੇ ਪੇਸ਼ ਹੋ ਕੇ ਮੈਨੂੰ ਇਹ ਦੱਸੋ ਵੀ ਰਾਤੋਂ ਰਾਤ ਤੁਸੀਂ ਲੋਕਾਂ ਦੀਆਂ ਜਿਹੜੀਆਂ ਖਾਣ ਪੀਣ ਦੀਆਂ ਆਦਤਾਂ ਬਦਲ ਦੋਗੇ? ਇਹ ਕੀ ਕੰਮ ਤੁਸੀਂ ਫੜਿਆ ਹੋਇਆ? ਜਿਹੜੇ ਲੋਕੀ, ਤੁਸੀਂ ਜਾਂ ਤਾਂ ਇਹ ਦੱਸੋ ਕਿ ਉਹ ਇਨਕਰੋਚ ਕਰਦੇ ਨੇ, ਰੇਹੜੀਆਂ ਲਾਉਂਦੇ ਨੇ, ਕੋਈ ਆਪਣਾ ਨਾਨ ਵੈਜੀਟੇਰੀਅਨ, ਕੋਈ ਆਂਡੇ ਵੇਚਦਾ ਜਾਂ ਕੋਈ ਇਸ ਤਰ੍ਹਾਂ ਦਾ ਫੂਡ ਵੇਚਦਾ, ਇਹ ਕਿਹੜੇ ਕੰਮਾਂ 'ਚ ਤੁਸੀਂ ਪਏ ਹੋ? ਤੇ ਜਾ ਕੇ ਫਿਰ ਇਹ ਚੁੱਪ ਕਰ ਜਾਂਦੇ ਨੇ ਅਧਿਕਾਰੀ। ਇਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ। ਕਿਤੇ ਨਾ ਕਿਤੇ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਉਸ ਤਰ੍ਹਾਂ ਦੀ ਰਾਜਨੀਤੀ ਆ ਕਿ ਇੱਕ ਪਾਸੇ ਲੈ ਕੇ ਜਾਣਾ। ਪਹਿਲਾਂ ਇਹਦਾ ਐਕਸਪੈਰੀਮੈਂਟ ਕਰਕੇ ਦੇਖ ਲਓ। ਗੁਜਰਾਤ ਦੇ ਵਿੱਚ ਲੈਬੋਰੇਟਰੀ ਸਾਰੇ ਕਹਿੰਦੇ ਆ ਕਿ ਸ਼ਾਇਦ ਕਿਤੇ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਤਾਂ ਨਹੀਂ ਸੀ ਹੋ ਰਿਹਾ। ਉਹਨਾਂ ਨੇ ਬਹੁਤ ਇਹਨਾਂ ਨੂੰ ਦੁਬਾਰਾ ਹੁਣ ਸਮਨ ਕੀਤਾ। ਉਹ ਕਹਿੰਦੇ ਦੁਬਾਰਾ ਪੇਸ਼ ਹੋ ਕੇ ਦੱਸੋ, ਤੇ ਇਹਨਾਂ ਨੇ ਉੱਥੇ ਜਾ ਕੇ ਮਿੰਨਤਾਂ ਕੀਤੀਆਂ ਕਿ ਅਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਕਰਨ ਜਾ ਰਹੇ। ਥੋੜਾ ਜਿਹਾ ਮੈਂ ਇਹਦੇ ਚ ਐਡ ਕਰਦਾ, ਮੈਨੂੰ ਥੋੜਾ ਸਮਾਂ ਦਿਓ, ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਬਣ ਰਿਹਾ। ਕਿਉਂਕਿ ਭਾਰਤੀ ਜਨਤਾ ਪਾਰਟੀ ਦੇ 2 MPs ਨੇ ਪਾਰਲੀਮੈਂਟ ਦੇ ਵਿੱਚ ਹੁਣ ਇੱਕ ਵਾਰੀ ਫੇਰ ਕਿਹਾ ਕਿ ਜੀ ਮਥੁਰਾ ਦੇ ਵਿੱਚ ਸ਼੍ਰੀ ਕ੍ਰਿਸ਼ਨ ਦਾ ਟੈਂਪਲ ਬਣਨਾ ਚਾਹੀਦਾ। ਤੇ ਕੁਤਬ ਮੀਨਾਰ ਦੇ ਵਿੱਚ ਵੀ ਕੁਝ ਸੰਸਥਾਵਾਂ ਨੇ ਕਿਹਾ ਕਿ ਉੱਥੇ ਜੈਨ ਤੇ ਹਿੰਦੂ ਟੈਂਪਲ ਸੀ, ਤੇ ਕੁਤਬ ਮੀਨਾਰ ਨੂੰ ਢਾਹ ਕੇ ਉਹ ਜੈਨ ਮੰਦਿਰ ਜਿਹੜੇ ਆ ਜਾਂ ਹਿੰਦੂ ਟੈਂਪਲ ਸਥਾਪਿਤ ਕਰਨੇ ਚਾਹੀਦੇ ਆ। ਤੇ ਫਿਰ ਨੇਹਾ ਸ਼ਰਮਾ ਨੇ, ਸਿਵਲ ਜੱਜ ਦਿੱਲੀ ਦੇ, ਉਹਨਾਂ ਨੇ ਕਿਹਾ ਕਿਹੜੇ ਕੰਮਾਂ 'ਚ ਪਏ ਹੋ ਤੁਸੀਂ? ਕੀ ਤੁਸੀਂ ਭਾਈਚਾਰਾ ਤੋੜਨ ਲੱਗੇ ਹੋ? ਕੀ ਤੁਹਾਨੂੰ 1991 ਦਾ ਦ ਪਲੇਸਿਸ ਆਫ ਵਰਸ਼ਿਪ ਐਕਟ ਹੈ ਜੀ, ਜਿਹੜੇ ਨਰਸਿਮਹਾ ਰਾਓ ਦੀ ਸਰਕਾਰ ਦੇ ਦੌਰਾਨ ਆਇਆ ਸੀ, ਜਿਸ ਵਿੱਚ ਇਹ ਗੱਲ ਕਹੀ ਗਈ ਸੀ ਕਿ ਅਯੋਧਿਆ ਨੂੰ ਛੱਡ ਕੇ ਜਿਹੜੇ 15 ਅਗਸਤ 1947 ਤੋਂ ਬਾਅਦ ਜਿੰਨੇ ਧਾਰਮਿਕ ਸਥਾਨ ਨੇ ਉਹਨਾਂ ਦਾ ਉਹੀ ਸਟੇਟਸ ਰਹੂਗਾ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਤੁਸੀਂ ਬਦਲਾਅ ਨਹੀਂ ਕਰ ਸਕਦੇ। ਤੇ ਫਿਰ ਮੈਂ ਆਉਣਾ ਅੱਜ ਕੱਲ ਦੀ, ਕਿਉਂਕਿ ਇਹ ਸਾਰਾ ਮਾਹੌਲ ਆ। ਜਾਂਦੇ ਜਾਂਦੇ ਮੈਂ ਇਹ ਵੀ ਗੱਲ ਕਰ ਲਾਂ, ਵਿੱਕੀ ਕੌਸ਼ਲ, ਕੈਟਰੀਨਾ ਕੈਫ ਦਾ ਵਿਆਹ, ਤੇ ਨਾਲ ਹੀ ਜਿਹੜੇ ਤੇਜਸਵੀ ਯਾਦਵ ਨੇ, ਲਾਲੂ ਪ੍ਰਸਾਦ ਦੇ ਜਿਹੜੇ ਬੇਟੇ ਨੇ, ਉਹਨਾਂ ਦਾ ਵਿਆਹ ਹੁੰਦਾ ਰੈਸ਼ਲ ਗੋਡਿਨੋ ਨਾਲ। ਤੁਸੀਂ ਦੇਖੋ, ਇਹ ਦੋਨੇ ਵਿਆਹ ਨੇ ਜਿਹੜੇ ਉਹ ਆਪਸ ਦੇ ਵਿੱਚ ਇੰਟਰ ਰਿਲੀਜੀਅਸ ਮੈਰਿਜ ਨੇ। ਦੋਨਾਂ ਮੀਆਂ ਬੀਵੀ ਦੇ ਧਰਮ ਵੱਖਰੇ ਨੇ, ਲੇਕਿਨ ਬੜੇ ਸਦਭਾਵਨਾ ਦੇ ਨਾਲ, ਭਾਈਚਾਰੇ ਦੇ ਨਾਲ ਵਿਆਹ ਹੁੰਦੇ ਆ। ਇਹਨਾਂ ਦੇ ਬਾਰੇ ਕੋਈ ਟਿੱਕਾ ਟਿੱਪਣੀ ਨਹੀਂ ਕੀਤੀ ਜਾਂਦੀ, ਲੇਕਿਨ ਕਈ ਪ੍ਰਦੇਸ਼ਾਂ ਦੇ ਵਿੱਚ, ਕਿਉਂਕਿ ਕੱਲ ਵੀ ਆਪਾਂ ਮਸਲਾ ਚੱਕਿਆ ਸੀ ਕਿ ਇਹ ਤਾਂ ਜੀ ਲਵ ਜਿਹਾਦ ਆ, ਇਹਨਾਂ ਨੂੰ ਫਿਰ ਲਵ ਜਿਹਾਦ ਨਹੀਂ ਕਿਹਾ ਜਾਂਦਾ, ਔਰ ਕਹਿਣਾ ਚਾਹੀਦਾ ਵੀ ਨਹੀਂ। ਕਿਉਂਕਿ ਜੇ ਕੋਈ ਆਪਣੀ ਮਰਜ਼ੀ ਨਾਲ ਕੋਈ ਅਡਲਟ, ਉਹਨੂੰ ਸੰਵਿਧਾਨ ਜਿਹੜਾ ਹੈ ਉਹ ਪੂਰੀ ਇਜਾਜ਼ਤ ਨਾਲ। ਸੋ ਮੇਰਾ ਕਹਿਣ ਦਾ ਮਤਲਬ, ਇਹ ਜਿਹੜਾ ਮਾਹੌਲ ਬਣ ਰਿਹਾ, ਇਸ ਵਿੱਚ ਭਾਈਚਾਰਾ ਕਿਹਨਾਂ ਤੋਂ ਸਿੱਖੋ? ਕਿਸਾਨਾਂ ਤੋਂ ਸਿੱਖੋ, ਜੋ ਭਾਈਚਾਰੇ ਦਾ ਸੰਦੇਸ਼ ਦੇ ਕੇ ਵਾਪਸ ਘਰ ਜਾ ਰਹੇ ਨੇ। ਜੀ ਰੰਧਾਵਾ ਜੀ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ।